दोहरा इम उजार सरहंद को गुर निंदक चुन मार पुन आरूढ़ आगे चलियो चमू पाई बेशुमार। वाहिगुरु जी का खालसा वाहिगुरु जी की फतेह। जोगो जोगा टल जगत गुरु पतत पावन भगत वछल कृपा निधान। धन 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 श्री गुरु ग्रंथ साहिब जी महाराज जी की पावन पवित्र हजूरी च एकत्र हुई संध्या वेले दे दीवाना च हाजरियां भर रही गुरु की साजी और नवाजी हुई। गुरु स्वरूप गुरु खालसा साध संगत जीओ धनता दे पात्र हो। निता प्रति गुरु चरना च हाजरियां भर के गुरदेव गुरु कलगीधर पंथ दे वाली सतगुरां दे पावन इतिहास दी चल रही लड़ीवार कथा बहुत ही शरधा भावना अदब ते सत्कार सहित आप जी सरवण कर रहे। गुरदेव दी जदों अमृत कथा असीं कथन करदे हां सुणदे हां ਤਾਂ ਇਸ ਦਾ ਸਭ ਤੋਂ ਵੱਡਾ ਫਲ ਇਹ ਹੈ ਕਿ ਗੁਰੂ ਪਾਤਸ਼ਾਹ ਪ੍ਰਤੀ ਸਾਡੇ ਹਿਰਦੇ 'ਚ ਅਥਾਹ ਸ਼ਰਧਾ ਤੇ ਪ੍ਰੇਮ ਭਾਵ ਜਾਗਦਾ ਹੈ। ਇਹ ਸਭ ਤੋਂ ਵੱਡਾ ਮਹਾਤਮ ਕਹਿ ਸਕਦੇ ਹਾਂ। ਤੇ ਜਦੋਂ ਗੁਰੂ ਦੀ ਪ੍ਰੀਤ ਗੁਰੂ ਦਾ ਪ੍ਰੇਮ ਹਿਰਦੇ 'ਚ ਜਾਗਦਾ ਹੈ ਤਾਂ ਉਹ ਪ੍ਰੇਮ ਹੀ ਸਭ ਕੁਝ ਹੈ। ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। माँ कवि कवि राज भाई साहब भाई संतोख सिंह जी ने कथा लिखी ऐसे प्रेम नाल है कि पढ़न सुनन वालियां दे हिरदियां विच सुते सिद्ध गुरु दा अथाह प्रेम जाग पैंदा है। बाबा बंदा सिंह जी बहादुर खालसे पंथ की सहायता नाल सरहंद ते आके फतेह प्राप्त की। वजीदे पापी नूं सोधा लाया है। सरहंद च रहण वाले वो व्यक्ति जिहड़े गुरु घर दे दोखी सन उन्हां नूं दंड दिता, जिन्हां विचों एक सब तो वड्डा दवैशी साहिबजादियां दा झूठा नंद है। इहदी नक विच कड़ा पा के नकेल पा के इस पापी नूं दंड दिता है। सारा सरहंद नगर तकरीबन उजड़ गया है। लोगों ने घरां दीयां नीहां पुट के भी थल्लियों पैसा कढ़ण दा यतन कीता भी थल्ले धन दबिया होया। कलगीधर दे कई वाक सफल हो रहे ने कि सरहंद दीयां इट्टां नाल इट खड़काएगा मेरा खालसा। इहदियां जड़ां पुट्टियां जाणगियां। वो बचन सफल हो रहे हैं। सरहंद ते फतेह करके बाबा बंदा सिंह जी बहादुर ने खालसा राज कायम किया। सरहंद दा वो फतेह दिवस समुचा खालसा पंथ हुण भी हर साल 12 मई वाले दिन आ जिहड़े आउण वाले समय विच 12 मई की तरीक आउणी आ मनाउंदा है। और फतेह दिवस के दौरान जिथे बाबा बंदा सिंह बहादुर नूं चेते किया जाता है, साहिबजादियां नूं सिमरिया जाता है। सरहंद तो बाबा बंदा सिंह बहादुर इधर पहाड़ों वाले पासे मुख किया है। राजपुताने दियां 22 धार दियां रियासतां दे राजियां नूं जिहड़े गुरु साहब नाल द्वैश रख के सतगुरां नाल लड़दे रहे उन्हां नूं दंड दिता है। आओ मन विरतियां एकागर करके सतगुरु जी की अमृत कथा गुरु खालसे की अमृत कथा बाबा बंदा सिंह बहादुर की अमृत कथा
ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਉਜਾਰ ਸਰਹੰਦ ਕੋ ਗੁਰ ਨਿੰਦਕ ਚੁਨ ਮਾਰ। ਸਰਹੰਦ ਨਗਰ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਉਜਾੜ ਕੇ ਜਿੰਨੇ ਗੁਰੂ ਘਰ ਦੇ ਨਿੰਦਕ ਤੇ ਦਵੈਖੀ ਸਨ, ਉਹਨਾਂ ਗੁਰ ਨਿੰਦਕਾਂ ਨੂੰ ਸੋਧਾ ਲਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿੱਤ ਦੇ ਨਿਸ਼ਾਨ ਝੁਲਾਏ ਹਨ। ਪੁਨ ਅਰੂੜ ਆਗੇ ਚੱਲਿਓ ਚਮੂ ਪਾਈ ਬੇਸ਼ੁਮਾਰ। ਸਰਹੰਦ ਵਿੱਚ ਆਪਣਾ ਰਾਜ ਸਥਾਪਿਤ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇੱਥੋਂ ਹੁਣ ਅੱਗੇ ਨੂੰ ਕੂਚ ਕੀਤਾ। ਨਾਲ ਬਹੁਤ ਸਾਰੀ ਫੌਜ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਹੈ। ਚੋਪਈ ਜੈ ਕੈ ਤੇ ਪਟ ਗਨ ਚੱਲ ਆਵੇਂ। ਬਾਬਾ ਜੀ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਹਰ ਦਿਸ਼ਾ ਤੋਂ ਬਹੁਤ ਸਾਰੇ ਸੂਰਮੇ ਆ ਰਹੇ ਨੇ, ਜਿਹੜੇ ਬਕਾਇਦਾ ਆ ਕੇ ਬਾਬਾ ਜੀ ਦੇ ਕੋਲ ਤਨਖਾਹ ਤੇ ਭਰਤੀ ਹੁੰਦੇ ਨੇ। ਕੁਝ ਸਿੰਘ ਨੇ ਜਿਹੜੇ ਨਿਸ਼ਕਾਮ ਹੋ ਕੇ ਸੇਵਾ ਵਾਸਤੇ ਆਉਂਦੇ ਨੇ। ਕੁਝ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਜੀ ਅਸੀਂ ਜਦੋਂ ਲੁੱਟ ਮਾਰ ਕਰਨੀ ਆ ਉਦੋਂ ਸਾਨੂੰ ਸਿਰਫ ਉਹ ਲੁੱਟ ਮਾਫ ਕਰਨੀ। ਤੋ ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ 'ਚ ਚਾਰੇ ਪਾਸਿਆਂ ਤੋਂ ਬੇਅੰਤ ਫੌਜਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਆ ਕੇ ਭਰਤੀ ਹੁੰਦੀਆਂ ਹਨ। ਆਪੋ ਆਪਣੇ ਜਥੇ ਬਣਾਵੇ। ਇਹ ਜਿੰਨੀ ਫੌਜ ਆਈ ਆ ਉਹਨਾਂ ਫੌਜਾਂ ਦੀਆਂ ਮਿਸਲਾਂ ਬਣਾਈਆਂ ਗਈਆਂ, ਵੱਖੋ ਵੱਖਰੇ ਉਹਨਾਂ ਦੇ ਜਥੇ ਬਣਾਏ ਗਏ ਹਨ। ਹਿਆ ਹਾਥੀ ਦੁੰਦਪ ਬੋ ਭਏ। ਘੋੜੇ ਬੇਅੰਤ ਹੋ ਗਏ, ਹਾਥੀ ਬੇਅੰਤ ਹੋ ਗਏ, ਨਗਾਰੇ ਬੇਅੰਤ ਹੋ ਗਏ, ਨਿਸ਼ਾਨ ਝੂਲਦੇ ਨੇ। ਤੋ ਇਸ ਪ੍ਰਕਾਰ ਨਾਲ ਸਰਹੰਦ ਨੂੰ ਜਿੱਤਣ ਤੋਂ ਬਾਅਦ, ਸਰਹੰਦ ਫਤਿਹ ਕਰਨ ਤੋਂ ਬਾਅਦ ਜਿਹੜੀ ਫੌਜੀ ਤਾਕਤ ਸੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਹੁਤ ਜ਼ਿਆਦਾ ਵੱਧ ਗਈ। ਲੂਟੇ ਮੁਲਕ ਜਿੱਤੇ ਕਿਤ ਗਏ। ਜਿੱਧਰ ਜਾਂਦੇ ਨੇ ਕੋਈ ਜਰਵਾਣਾ ਮਿਲਦਾ ਹੈ, ਕੋਈ ਮਲੇਛ ਮਿਲਦਾ ਹੈ, ਉਹਨੂੰ ਸੋਧਾ ਲੈ ਆਇਆ ਜਾਂਦਾ। ਪਿੰਡਾਂ ਦੇ ਵਿੱਚ ਬਹੁਤ ਸਾਰੇ ਨਗਰਾਂ ਦੇ ਵਿੱਚ ਜਿਹੜੇ ਗੁੱਜਰਾਂ ਤੇ ਰੰਗੜਾਂ ਦੇ ਪਿੰਡ ਸਨ, ਇੱਧਰ ਪਹਾੜੀ ਇਲਾਕਿਆਂ 'ਚ ਜਿਹੜੇ ਗੁਰੂ ਖਾਲਸੇ ਨਾਲ, ਗੁਰੂ ਕੀ ਸੰਗਤ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਦੇ ਸੀ, ਉਹਨਾਂ ਨੂੰ ਜਾ ਕੇ ਸੋਧਿਆ ਹੈ। ਸੁਤਦਰਵ ਕੇ ਪੂਰਬ ਦਿਸ਼ ਦੇਸ਼। ਸਤਲੁਜ ਦਰਿਆ ਦੀ ਜਿਹੜੀ ਪੂਰਬੀ ਬਾਈ ਹੈ, ਚੜ੍ਹਦੇ ਵਾਲਾ ਪਾਸਾ ਹੈ, ਉਸ ਪਾਸੇ ਦਾ ਜਿੰਨਾ ਇਲਾਕਾ ਤੇ ਦੇਸ਼ ਹੈ, ਲੂਟ ਉਜਾਰਿਓ ਚਮੂ ਵਿਸ਼ੇਸ਼। ਸਾਰਾ ਇੱਕ ਵਾਰੀ ਲੁੱਟ ਕੇ ਉਜਾੜ ਕੇ ਰੱਖ ਦਿੱਤਾ। ਵਿਸ਼ੇਸ਼ ਕਰਕੇ ਜਿਹੜੀ ਚਮੂ ਫੌਜ ਬਾਬਾ ਜੀ ਦੇ ਨਾਲ ਹੈ। ਭੀਮ ਚੰਦ ਸੈਲਿੰਦਰ ਬਿਸਾਲਾ। ਇਸ ਇਲਾਕੇ ਦੇ ਵਿੱਚ ਰਾਜੇ ਭੀਮ ਚੰਦ ਦਾ ਰਾਜ ਸੀ। ਰਾਜਾ ਭੀਮ ਚੰਦ ਤਾਂ ਪਰਲੋਕ ਗਮਨ ਕਰ ਚੁੱਕਾ, ਉਹਦਾ ਲੜਕਾ ਬਹਿੰਦਾ ਸੀ ਰਾਜ ਤਖਤ ਤੇ। ਤੋ ਰਾਜੇ ਭੀਮ ਚੰਦ ਦੀ ਇਹ ਰਿਆਸਤ ਸੀ ਸਾਰੀ ਕਹਿਲੂਰ, ਤੇ ਰਾਜਾ ਭੀਮ ਚੰਦ ਤੇ ਉਹਦਾ ਲੜਕਾ ਵੀ ਅੱਗੇ ਗੁਰੂ ਘਰ ਨਾਲ ਵੈਰ ਵਿਰੋਧ ਰੱਖਦਾ ਰਿਹਾ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੀ ਫੌਜ ਸਮੇਤ ਇਹਨਾਂ ਨੂੰ ਵੀ ਸੋਧਿਆ। ਜਿੰਨੇ ਕਸੂਰਵਾਰ ਸੂਬੇ ਸਰਹੰਦ ਵਰਗੇ ਜਾਂ ਸੂਬੇ ਲਾਹੌਰ ਵਰਗੇ ਸੀ, ਉਨੇ ਹੀ ਕਸੂਰਵਾਰ ਇਹ ਵੀ ਸੀ ਰਾਜੇ ਭੀਮ ਚੰਦ ਹੋਣੀ। ਇਹ ਵੀ ਚੜ ਚੜ ਕੇ ਆਉਂਦੇ ਰਹੇ ਆਨੰਦਪੁਰ ਸਾਹਿਬ ਫੌਜਾਂ ਲੈ ਕੇ ਜੰਗ ਕਰਨ ਵਾਸਤੇ। ਤੋ ਇਹਨਾਂ ਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੁੱਸੇ ਦੀ ਜਿਹੜੀ ਲਹਿਰ ਸੀ ਉਹ ਦੌੜੀ। ਗੁਰ ਕੋ ਦਰੋਈ ਲਰਿਓ ਬਿਸਾਲਾ। ਇਹ ਗੁਰੂ ਘਰ ਦਾ ਦਰੋਹੀ ਸੀ ਭੀਮ ਚੰਦ, ਜਿਹੜਾ ਇਸ ਕਹਿਲੂਰ ਰਿਆਸਤ ਦਾ ਰਾਜ ਹੈ। ਇਹ ਸਤਿਗੁਰੂ ਜੀ ਦੇ ਨਾਲ ਕਈ ਵਾਰ ਲੜ ਚੁੱਕਿਆ ਹੈ। ਪ੍ਰਥਮ ਆਨੰਦਪੁਰੇ ਕੋ ਆਵਾ। ਤੋ ਇਹਨੇ ਆਨੰਦਪੁਰ ਸਾਹਿਬ ਤੇ ਵੀ ਹਮਲਾ ਕੀਤਾ ਸੀ। ਤੋ ਇਹਦਾ ਇਲਾਕਾ ਜਿਹੜਾ ਸੀ ਕਾਫੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜਿਆ, ਗੁੱਸਾ ਕੱਢਿਆ ਇਹਦੇ ਤੇ ਆਪਣਾ। ਫਿਰ ਚੱਲ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਗਰੀ ਤੇ 9ਵੇਂ ਪਾਤਸ਼ਾਹ ਦੀ ਵਸਾਈ ਨਗਰੀ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆਏ। ਸਤਿਗੁਰ ਥਲ ਕੋ ਸੀਸ ਨਿਵਾਵਾ। ਸ੍ਰੀ ਆਨੰਦਪੁਰ ਸਾਹਿਬ ਆ ਕੇ ਗੁਰਦੇਵ ਦੇ ਪਾਵਨ ਸਥਾਨ ਤੇ 9ਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਤੇ ਆ ਕੇ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੀਸ ਝੁਕਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਦਰਸ਼ਨ ਕਰ ਕਰ ਹਰ ਕਿਉ ਤਹਾਂ। ਆਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ, ਮਹਾਰਾਜ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਹੋਈ ਬਾਬਾ ਬੰਦਾ ਸਿੰਘ ਜੀ ਨੂੰ ਕਿ ਆਨੰਦਪੁਰ ਸਾਹਿਬ ਇਹ ਕਲਗੀਧਰ ਦਾ ਵਸਾਇਆ ਨਗਰ ਹੈ। ਇੱਥੇ ਮਹਾਰਾਜ ਜੀ ਨੇ ਚੋਜ ਕੀਤੇ ਨੇ, ਕਲਗੀਧਰ ਪਾਤਸ਼ਾਹ ਬਹੁਤ ਲੰਮਾ ਅਰਸਾ ਰਹੇ ਨੇ। ਖਾਲਸੇ ਦੀ ਸਾਜਨਾ ਮਹਾਰਾਜ ਜੀ ਨੇ ਇੱਥੇ ਕੀਤੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਾ ਕੇ ਦਰਸ਼ਨ ਕਰਦੇ ਨੇ। ਬੜੀ ਖੁਸ਼ੀ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਕਿ ਮੈਨੂੰ ਬਾਜਾਂ ਵਾਲੇ ਸਤਿਗੁਰਾਂ ਦੀ ਪਵਿੱਤਰ ਨਗਰੀ ਦੇ ਦੀਦਾਰ ਹੋ ਰਹੇ ਨੇ। ਕਰੇ ਬਿਲਾਸ ਪਰਮ ਗੁਰ ਜਹਾਂ। ਜਿੱਥੇ ਵੱਡੇ ਸਤਿਗੁਰਾਂ ਨੇ ਕੌਤਕ ਕੀਤੇ ਨੇ, ਨੌਵੇਂ ਪਾਤਸ਼ਾਹ ਨੇ ਨਗਰ ਵਸਾਇਆ। ਕਲਗੀਧਰ ਪਾਤਸ਼ਾਹ ਦੀ ਤਕਰੀਬਨ ਬਚਪਨ ਦੀ ਬਹੁਤ ਬਾਲ ਲੀਲਾ ਇੱਥੇ ਹੋਈ ਹੈ। 9 ਸਾਲ ਦੀ ਉਮਰ ਵਿੱਚ ਮਹਾਰਾਜ ਜੀ ਆਨੰਦਪੁਰ ਸਾਹਿਬ ਦੇ ਵਿੱਚ ਗੁਰਤਾ ਗੱਦੀ ਤੇ ਬੈਠੇ ਨੇ। ਤੋ ਸਾਰੇ ਅਸਥਾਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਚਰ ਕੇ ਦਰਸ਼ਨ ਕਰਦੇ ਨੇ। ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਤਕਰੀਬਨ 40 ਤੋਂ ਵੱਧ ਅਸਥਾਨ ਨੇ ਇਤਿਹਾਸਕ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਧੀਨ ਹਨ। ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਕੋਲ ਅਸਥਾਨਾਂ ਦੇ ਪ੍ਰਬੰਧ ਨੇ। ਤੋ ਇਤਿਹਾਸਕ ਸਥਾਨ ਅਨੇਕਾਂ ਹੀ ਨੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ, ਚਾਹੇ ਉਹ ਤਾਰਾਗੜ੍ਹ ਸਾਹਿਬ ਦੀ ਗੱਲ ਕਰੀਏ, ਨਰਮੋਹਗੜ੍ਹ ਦੀ ਗੱਲ ਕਰੀਏ, ਹੌਲਗੜ੍ਹ ਸਾਹਿਬ ਦੀ ਗੱਲ ਕਰੀਏ, ਤਖਤ ਕੇਸਗੜ੍ਹ ਸਾਹਿਬ ਦਾ ਮਹਾਰਾਜ ਜੀ ਦਾ ਇਤਿਹਾਸਕ ਸਥਾਨ ਕਿਲ੍ਹਾ ਆਨੰਦਗੜ੍ਹ ਸਾਹਿਬ ਹੈ। ਇਸੇ ਤਰ੍ਹਾਂ ਗੰਮਪੁਰਾ ਸਾਹਿਬ ਹੈ, ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਹੈ। ਤੋ ਕੀਰਤਪੁਰ ਸਾਹਿਬ ਦੇ ਨੇੜੇ ਤੇੜੇ ਬਹੁਤ ਇਤਿਹਾਸਕ ਸਥਾਨ ਪਤਾਲਪੁਰੀ ਸਾਹਿਬ ਹੈ, ਸ਼ੀਸ਼ ਮਹਿਲ ਸਾਹਿਬ ਹੈ। ਇਸੇ ਤਰ੍ਹਾਂ ਕੋਟ ਤਖਤ ਸਾਹਿਬ ਹੈ। ਤੇ ਉਧਰ ਥੋੜਾ ਜਿਹਾ ਹੋਰ ਪਰੇ ਨੂੰ ਜਾਈਏ, ਆਨੰਦਪੁਰ ਸਾਹਿਬ ਤੋਂ ਭਾਤ ਪ੍ਰਸਾਦ, ਜਿੱਥੇ ਕੁਸ਼ਟ ਨਿਵਾਰਨ ਸਾਹਿਬ 6ਵੇਂ ਪਾਤਸ਼ਾਹ ਦਾ ਸਥਾਨ ਹੈ। ਤੋ ਭਾਈ ਸਾਹਿਬ ਭਾਈ ਕਨਈਆ ਜੀ ਦਾ ਸਥਾਨ ਹੈ। ਬਹੁਤ ਸਾਰੇ ਇਤਿਹਾਸਕ ਸਥਾਨ ਨੇ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ। ਤੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਸਾਰੇ ਸਥਾਨਾਂ ਦੇ ਜਾ ਕੇ ਦਰਸ਼ਨ ਕੀਤੇ ਹੈ। ਪਿੱਛੇ ਆਪ ਜੀ ਨੇ ਕਥਾ ਸੁਣੀ ਸੀ ਕਿ ਇੱਕ ਅੰਬ ਦਾ ਬੂਟਾ ਮਹਾਰਾਜ ਕਲਗੀਧਰ ਜੀ ਨੇ ਲਾਇਆ ਸੀ ਜਦੋਂ ਨੈਣੇ ਦੇ ਟਿੱਲਿਓਂ ਸਤਿਗੁਰੂ ਆਏ। ਉੱਥੇ ਵੀ ਮਹਾਰਾਜ ਜੀ ਦਾ ਇਤਿਹਾਸਕ ਸਥਾਨ ਹੈ। ਜਿੱਥੇ ਸੈਦੇ ਮਲਾਹ ਦਾ ਮਹਾਰਾਜ ਜੀ ਨੇ ਪਾਰ ਉਤਾਰਾ ਕੀਤਾ, ਸਤਲੁਜ ਦਰਿਆ ਤੇ ਗੁਰਦੁਆਰਾ ਘਾਟ ਸਾਹਿਬ ਹੈ। ਉੱਥੇ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਦੇ ਚਰਨ ਪਏ ਨੇ। ਏਦਾਂ ਹੋਰ ਬਹੁਤ ਇਤਿਹਾਸਕ ਸਥਾਨ ਨੇ। ਪੌੜ ਸਾਹਿਬ ਹੈ, ਜਿੱਥੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਘੋੜੇ ਦੇ ਪੌੜ ਨੇ ਜਲ ਕੱਢਿਆ। ਤ੍ਰਿਵੇਣੀ ਸਾਹਿਬ ਹੈ। ਤੋ ਗੁਰੂ ਕੇ ਲਾਹੌਰ ਮਹਾਰਾਜ ਜੀ ਦੇ ਪਾਵਨ ਸਥਾਨ ਹਨ। ਉਹਨਾਂ ਸਾਰੇ ਸਥਾਨਾਂ ਦੇ ਉੱਤੇ ਵਿਚਰ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲੇ ਦਰਸ਼ਨ ਕਰਦੇ, ਨਾਲੇ ਖਾਲਸੇ ਕੋਲ ਇਤਿਹਾਸ ਪੁੱਛਦੇ ਸਥਾਨਾਂ ਦਾ। ਫਿਰ ਉਹਨਾਂ ਸਥਾਨਾਂ ਦੇ ਉੱਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਕੇ, ਅਰਦਾਸਾਂ ਬੇਨਤੀਆਂ ਕਰਕੇ ਨਤਮਸਤਕ ਹੁੰਦੇ ਨੇ ਔਰ ਬੜੀ ਖੁਸ਼ੀ ਮਨਾਉਂਦੇ ਨੇ ਕਿ ਮੇਰੇ ਅਹੋ ਭਾਗ ਕਿ ਮੈਨੂੰ ਮੇਰੇ ਆਪਣੇ ਮੁਰਸ਼ਦ, ਆਪਣੇ ਗੁਰਦੇਵ ਗੁਰੂ ਕਲਗੀਧਰ ਜੀ ਦੇ ਪਵਿੱਤਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਹੋ ਰਹੇ ਨੇ। ਜਿਸ ਪ੍ਰਕਾਰ ਪੇ ਯੁੱਧ ਵਿਸਾਲਾ। ਜਿਵੇਂ ਆਨੰਦਪੁਰ ਸਾਹਿਬ 'ਚ ਜੰਗ ਯੁੱਧ ਹੋਏ ਨੇ, ਕਿਉਂਕਿ ਪੁਰਾਤਨ ਸਿੰਘ ਨਾਲ ਸਨ ਸਾਰੇ, ਜਿਹੜੇ ਆਨੰਦਪੁਰ ਸਾਹਿਬ ਦੇ ਜੰਗਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਸ਼ਮੂਲੀਅਤ ਪ੍ਰਾਪਤ ਸੀ, ਜਿਹੜੇ ਜਾਣਦੇ ਸਨ ਸਾਰੇ ਇਤਿਹਾਸ ਨੂੰ, ਕਿਵੇਂ ਕਿਵੇਂ ਆਨੰਦਪੁਰ ਸਾਹਿਬ ਦੇ ਪਹਿਲੇ ਜੰਗ ਹੋਏ ਨੇ, ਵੱਡਾ ਜੰਗ ਕਿਵੇਂ ਹੋਇਆ, ਉਹਨਾਂ ਸਾਰੇ ਜੰਗਾਂ ਦਾ ਜਿਹੜਾ ਵੇਰਵਾ ਹੈ ਉਹ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੱਸਦੇ ਹਨ। ਸੋ ਦੇ ਕਾਨ ਸੁਨੇ ਤਿਸ ਕਾਲਾ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਸਾਰੇ ਜੰਗਾਂ ਦੇ ਬਾਰੇ ਸੁਣਦੇ ਆ। ਕਿਲ੍ਹਾ ਲੋਹਗੜ੍ਹ ਸਾਹਿਬ ਦਾ ਜੰਗ ਸੁਣਦੇ ਆ, ਕਿਵੇਂ ਬਾਬਾ ਬਚਿੱਤਰ ਸਿੰਘ ਸਾਹਿਬ ਨੇ ਨਾਗਣੀ ਦੇ ਨਾਲ ਝੂਲਦੇ ਮਸਤ ਹਾਥੀ ਦਾ ਮੱਥਾ ਪਾੜਿਆ ਸੀ, ਕਿਵੇਂ ਭਾਈ ਉਦੇ ਸਿੰਘ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਲਿਆਂਦਾ ਸੀ, ਕਿਵੇਂ ਭਾਈ ਆਲਮ ਸਿੰਘ ਜੀ ਨੱਚਣਾ ਜੰਗ ਦੇ ਮੈਦਾਨ 'ਚ ਲੜਦੇ ਰਹੇ ਨੇ, ਕਿਵੇਂ ਮਹਾਰਾਜ ਜੀ ਦੇ ਪਿਆਰੇ ਯੋਧੇ ਰਣ ਭੂਮੀ ਦੇ ਵਿੱਚ ਬਹਾਦਰੀ ਨਾਲ ਲੜਦੇ ਰਹੇ ਨੇ। ਉਹਨਾਂ ਸਾਰੇ ਕਿੱਸਿਆਂ ਨੂੰ, ਜੰਗ ਯੁੱਧਾਂ ਦੇ ਪ੍ਰਸੰਗਾਂ ਨੂੰ ਸਿੰਘ ਸੁਣਾਉਂਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਸੁਣਦੇ ਹਨ। ਖੋਟ ਗਿਰੇਸ਼ਨ ਕੋ ਬਹੁ ਜਾਨਾ। ਸਭ ਤੋਂ ਵੱਡਾ ਦੋਸ਼ੀ ਪਹਾੜੀ ਰਾਜਿਆਂ ਨੂੰ ਸਿੰਘ ਦੱਸਦੇ ਵੀ ਇਹਨਾਂ ਰਾਜਿਆਂ ਨੇ ਗੁਰੂ ਸਾਹਿਬ ਨਾਲ ਵਿਰੋਧ ਕੀਤਾ। ਉਹਨਾਂ ਵਿੱਚੋਂ ਇਹ ਪਹਾੜੀ ਰਾਜੇ ਰੰਗਾ ਤਾਂ ਵਿਰੋਧ ਕਰਦਾ ਹੀ ਸੀ,
ਪਰ ਇਹਨਾਂ ਨੂੰ ਅੱਗੇ ਕਰਕੇ ਇਹਨਾਂ ਨੂੰ ਲੜਾਉਂਦਾ ਸੀ। ਸਤਿਗੁਰੂ ਜੀ ਇਹਨਾਂ ਨੂੰ ਸੱਦਾ ਭੇਜਦੇ ਸੀ ਵੀ ਸਾਡੇ ਨਾਲ ਆ ਕੇ ਰਲੋ, ਖਾਲਸੇ ਵਿੱਚ ਮਿਲ ਜਾਓ ਤੇ ਰਾਜ ਭਾਗ ਦੇ ਦਿਆਂਗੇ ਤੁਹਾਨੂੰ। ਬਕਾਇਦਾ ਰਵਾਲਸਰ ਸਾਹਿਬ ਬਹਿ ਕੇ ਇਹਨਾਂ ਨਾਲ ਮੀਟਿੰਗ ਕੀਤੀ, ਪਰ ਇਹ ਨਹੀਂ ਮੰਨੇ। ਉਲਟਾ ਸਤਿਗੁਰਾਂ ਦੇ ਨਾਲ ਲੜਨ ਵਾਸਤੇ ਬਾਰ-ਬਾਰ ਚੜ੍ਹ ਕੇ ਆਉਂਦੇ ਰਹੇ। ਤੋ ਇਸ ਤਰ੍ਹਾਂ ਇਹਨਾਂ ਪਹਾੜੀ ਰਾਜਿਆਂ ਦੀ ਜਿਹੜੀ ਖੋਟ ਹੈ ਉਹ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸੁਣਾਉਂਦੇ ਨੇ, ਦੱਸਦੇ ਨੇ। बीच पहाड़न कीन पियाना। ਇਹਨਾਂ ਪਹਾੜੀ ਰਿਆਸਤਾਂ ਦੇ ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਣ ਦਾ ਸੰਕਲਪ ਕੀਤਾ। भीम चंद की बड़ राजधानी। ਰਾਜੇ ਭੀਮ ਚੰਦ ਦੀ ਜਿਹੜੀ ਵੱਡੀ ਰਾਜਧਾਨੀ ਜਿਹਨੂੰ ਬਿਲਾਸਪੁਰ ਕਿਹਾ ਜਾਂਦਾ, ਇਹ ਰਾਜੇ ਭੀਮ ਚੰਦ ਦੀ ਰਾਜਧਾਨੀ ਸੀ। लूट मार कर दीन वीरानी। ਇਹਨੂੰ ਲੁੱਟ ਮਾਰ ਕਰਕੇ ਇੱਕ ਵਾਰੀ ਵੀਰਾਨ ਕਰਕੇ ਰੱਖ ਦਿੱਤਾ। ਸਾਰੀ ਰਾਜਧਾਨੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜ ਕੇ ਰੱਖ ਦਿੱਤੀ ਮਲੇਛਾਂ ਦੀ। ਮੀਏ ਰਾਜੇ ਰਾਵ ਕਨੇਰੇ। ਇੱਥੇ ਬਹੁਤ ਸਾਰੇ ਮੀਏ ਰਾਜੇ ਰਾਵ ਉਹ ਇਕੱਠੇ ਹੋ ਕੇ ਆਏ ਸਨ ਲੜਨ ਲਈ। ਭਾਜ ਮਿਲੇ ਇੱਕ ਥਲ ਤਿਸ ਬੇਰੇ। ਤਕਰੀਬਨ ਇਧਰ ਬਿਲਾਸਪੁਰ ਦੇ ਇਲਾਕੇ ਵਿੱਚ ਉਹ ਭੱਜ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ। ਤਿਨ ਕੀ ਸੁਧ ਬੰਦੇ ਸੁਨ ਲੀਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਵੀ ਇਹ ਜਿਹੜੇ ਰਾਜੇ ਮੀਣੇ, ਮੀਏ ਰਾਵ, ਰੰਗੜ, ਗੁੱਜਰ ਇਹ ਇਕੱਠੇ ਹੋਏ ਨੇ। ਸਾਰੇ ਉਹ ਨੇ ਜਿਹੜੇ ਕਲਗੀਧਰ ਨਾਲ ਲੜਦੇ ਰਹੇ ਨੇ ਆਨੰਦਪੁਰ ਸਾਹਿਬ ਦੇ ਜੰਗ 'ਚ, ਤੇ ਇੱਕ ਜਗ੍ਹਾ ਦੇ ਉੱਤੇ ਇਸ ਵੇਲੇ ਇਕੱਠੇ ਹੋਏ ਨੇ ਤੇ ਸਾਡੇ ਨਾਲ ਲੜਨ ਦੀਆਂ ਵਿਉਂਤਾਂ ਬਣਾ ਰਹੇ ਨੇ। ਜਹਾਂ ਗਿਰੰਦਰ ਇਕੱਤਰ ਪਰਬੀਨ। ਔਰ ਇਹਨਾਂ ਦੇ ਨਾਲ ਹੋਰ ਵੀ ਕਈ ਜਿਹੜੇ ਛੋਟੇ ਮੋਟੇ ਪਹਾੜੀ ਰਾਣੇ ਰਾਜੇ ਸਨ ਉਹ ਵੀ ਇਕੱਠੇ ਹੋਏ ਹਨ। ਗੁਰ ਕੋ ਬੈਰ ਲੈਨ ਕੋ ਕਾਜਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸੋਚਿਆ ਵੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਨੇ, ਇਕੱਠੇ ਥਾਂ ਤੇ ਹੀ ਸੋਧਾ ਲਾ ਦਈਏ ਇਹਨਾਂ ਨੂੰ, ਵੀ ਕੱਲੇ ਕੱਲੇ ਚੁਣ ਕੇ ਮਾਰਨੇ ਔਖੇ ਸੀ। ਦੇਵਨੇਤ ਇਕੱਠੇ ਹੋਏ ਨੇ ਤੇ ਇਕੱਠਿਆਂ ਦਾ ਹੀ ਸੋਧਾ ਲਾਈਏ। ਸਤਿਗੁਰੂ ਜੀ ਦੇ ਨਾਲ ਇਹਨਾਂ ਵੈਰ ਰਚਿਆ। ਇਹ ਜੰਗਾਂ ਵਿੱਚ ਆ ਕੇ ਲੜਦੇ ਰਹੇ ਨੇ, ਹਾਲੇ ਵੀ ਜਿਉਂਦੇ ਨੇ। ਕਿੰਨੇ ਸਿੰਘ ਸ਼ਹੀਦੀਆਂ ਪਾ ਗਏ ਇਹਨਾਂ ਕਰਕੇ। ਇਹਨਾਂ ਦੇ ਹੱਥੋਂ ਕਈ ਸਿੰਘ ਸ਼ਹੀਦ ਹੋਏ ਨੇ। ਹੁਣ ਸਮਾਂ ਹੈ ਕਿ ਇਹਨਾਂ ਨੂੰ ਇਹਨਾਂ ਦੀ ਕੀਤੀ ਕਰਨੀ ਦਾ ਫਲ ਭੁਗਤਾਇਆ ਜਾਵੇ। ਦੇਵਨੇਤ ਸਾਰੇ ਇੱਕ ਜਗ੍ਹਾ ਤੇ ਇਕੱਠੇ ਨੇ, ਇਕੱਠਿਆਂ ਨੂੰ ਹੀ ਸੋਧਾ ਲਾਇਆ ਜਾਵੇ। ਉੱਚ ਕਈ ਚੜਬੋ ਤਵ ਸਾਜਾ। ਤੋ ਬਾਬਾ ਬੰਦਾ ਸਿੰਘ ਬਹਾਦਰ ਨੇ ਅਚਾਨਕ ਹੀ ਅਕਸ਼ਮਾਤਰੀ ਚੜ੍ਹਾਈ ਦੀ ਤਿਆਰੀ ਕੀਤੀ। ਸੁਧ ਬਹੀਨ ਪਹੁੰਚਿਓ ਤੈ ਜਾਈ। ਇਹਨਾਂ ਨੂੰ ਖਬਰ ਦਿੱਤਿਆਂ ਇਹਨਾਂ ਦੇ ਕੋਲ ਜਾ ਪਹੁੰਚੇ। ਕੇਰ ਲੀਨ ਤਿਨ ਕੋ ਚੌਕਾਈ। ਬਿਲਾਸਪੁਰ ਦੇ ਇਲਾਕੇ ਵਿੱਚ ਇਹਨਾਂ ਸਾਰੇ ਮੀਏ ਰਾਣੇ ਰਾਵਾਂ ਨੂੰ ਇਕੱਤਰ ਕਰ ਲਿਆ, ਘੇਰਾਬੰਦੀ ਕਰ ਲਈ ਚਾਰੇ ਪਾਸਿਓਂ। ਮਿਲ ਕਰ ਸਗਰੇ ਅਚੇ ਆਹਾਰਾ। ਇਹ ਸਾਰੇ ਮਿਲ ਕੇ ਇਕੱਠੇ ਬਹਿ ਕੇ ਕੱਪੜੇ ਲਾ ਕੇ ਨਾ ਗਲਾਂ ਵਿੱਚ ਤੇ ਚੌਂਕੀਆਂ ਢਾਹ ਕੇ ਤੇ ਲੰਗਰ ਪੇ ਛਕਦੇ, ਪ੍ਰਸ਼ਾਦਾ ਪੇ ਛਕਦੇ ਸਨ। ਗੁਰ ਦਰੋਹੀ ਜਿਨ ਅਗ ਕੀਏ ਭਾਰਾ। ਇਹ ਸਾਰੇ ਉਹ ਨੇ ਜਿਹੜੇ ਗੁਰੂ ਘਰ ਦੇ ਦਰੋਹੀ ਨੇ, ਗੁਰੂ ਘਰ ਦੇ ਵੈਰੀ ਨੇ। ਇਹਨਾਂ ਨੇ ਬੜੇ ਪਾਪ ਕੀਤੇ ਨੇ। ਆਨੰਦਪੁਰ ਸਾਹਿਬ ਤੇ ਚੜ ਚੜ ਕੇ ਆਉਂਦੇ ਰਹੇ। ਬਹੁਤ ਸਾਰੀ ਸੰਗਤ ਇਹਨਾਂ ਨੇ ਬੜੀ ਦੁਖਾਈ ਸੀ। ਜਦੋਂ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਚਲੇ ਵੀ ਗਏ, ਬਾਅਦ ਵਿੱਚ ਸੰਗਤ ਨੂੰ ਬੜਾ ਪਰੇਸ਼ਾਨ ਕੀਤਾ ਸੀ ਇਹਨਾਂ ਲੋਕਾਂ ਨੇ। ਸੰਗਤ ਨੇ ਜਦੋਂ ਆਨੰਦਪੁਰ ਸਾਹਿਬ ਦੇ ਇਲਾਕੇ ਵੱਲ ਆਉਣਾ, ਇਹਨਾਂ ਨੇ ਰਾਹ ਵਿੱਚ ਉਹਨਾਂ ਕੋਲ ਲੁੱਟ ਮਾਰ ਕਰਨੀ, ਸੰਗਤਾਂ ਨੂੰ, ਗੁਰਸਿੱਖਾਂ ਨੂੰ ਬੇਹੁਰਮਤੀ ਕਰਨੀ ਉਹਨਾਂ ਦੀ। ਤੋ ਇਹਨਾਂ ਦੇ ਉੱਤੇ ਬੜੀ ਖਿਝ ਸੀ ਖਾਲਸੇ ਨੂੰ ਵੀ ਹੁਣ ਇਹਨਾਂ ਨੂੰ ਸੋਧਾ ਲਾਇਆ ਜਾਵੇ। ਦੇਵ ਨੇ ਤੇ ਸਾਰੇ ਇਕੱਠੇ ਬਿਲਾਸਪੁਰ ਚਾਰੇ ਲੰਗਰ ਪੇ ਛਕਦੇ ਸਨ। ਚੌ ਪਾਸਿਆਂ ਤੋਂ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਫੌਜਾਂ ਸਮੇਤ ਇਹਨਾਂ ਨੂੰ ਘੇਰਾਬੰਦੀ ਪਾ ਕੇ ਘੇਰਾ ਪਾ ਲਿਆ। ਜਾਏ ਅਚਾਨਕ ਪਕਰੇ ਸਵਈ। ਜਦੋਂ ਅਚਾਨਕ ਹੀ ਜਾ ਕੇ ਫੜ ਲਏ ਸਾਰੇ ਐਨ ਮੌਕੇ ਦੇ ਉੱਤੇ, ਜਿਵੇਂ ਬਾਜ ਨਹੀਂ ਆ ਪੈਂਦੇ ਚਿੰਤੇ ਬਗਲਿਆਂ ਦੇ ਉੱਤੇ, ਚਿੰਤੇ ਬਾਜ ਉਹਦਾ ਕਹਿੰਦੇ ਆਣ ਕੇ ਟੁੱਟ ਕੇ ਪੈ ਗਏ। ਮੁੰਡਿਆ ਨਾਂਗੇ ਬੈਠੇ ਤਬਈ। ਨੰਗੇ ਸਿਰ ਬੈਠੇ ਸਨ, ਰੋਟੀਆਂ ਖਾ ਰਹੇ ਸਨ। ਸਿਰ ਤੋਂ ਇਹਨਾਂ ਇਹ ਪੱਗ ਵਗੈਰਾ ਲਾ ਕੇ ਰੋਟੀ ਖਾਂਦੇ ਆ। ਕੁੜਤਾ ਵੀ ਲਾ ਕੇ ਨਾ, ਇਹਨਾਂ ਦੀ ਰਵਾਇਤ ਇਦਾਂ ਦੀ ਸੀ ਵੀ ਕੁੜਤੇ ਲਾ ਕੇ ਧੋਤੀਆਂ ਜੀਆਂ ਕੱਸ ਕੇ ਤੇ ਸਿਰ ਤੋਂ ਵੀ ਨੰਗੇ ਪੱਗਾਂ ਲਾ ਕੇ, ਕੱਪੜਾ ਲਾ ਕੇ ਪ੍ਰਸ਼ਾਦਾ ਛਕਦੇ। ਖਾਲਸੇ ਦੀ ਜਿਹੜੀ ਮਰਿਆਦਾ ਹੈ ਪੰਥ ਦੀ, ਦੇਵਤਿਆਂ ਵਾਲੀ ਮਰਿਆਦਾ ਹੈ।
ਇਦਾਂ ਕਹਿ ਸਕਦੇ ਹਾਂ ਕਿ ਜਦੋਂ ਭੋਜਨ ਛਕਣਾ, ਭੋਜਨ ਦਾ ਸਤਿਕਾਰ ਹੈ, ਅੰਨ ਦਾ। ਅੰਨ ਦੇਵਤਾ ਮਹਾਰਾਜ ਜੀ ਨੇ ਕਿਹਾ ਗੁਰਬਾਣੀ 'ਚ, ਇਹਦਾ ਸਤਿਕਾਰ। ਭੋਜਨ ਦਾ ਥਾਲ ਆਵੇ, ਪਹਿਲਾਂ ਮਹਾਰਾਜ ਜੀ ਦਾ ਜਾਪ ਕਰਨਾ, ਅਰਦਾਸ ਕਰਨੀ, ਮੂਲ ਮੰਤਰ ਦਾ ਪਾਠ ਕਰਨਾ, ਗੁਰਮੰਤਰ ਦਾ ਜਾਪ ਜਪਣਾ। ਫਿਰ ਕੋਈ ਵੀ ਸਿੱਖ, ਅੱਜ ਕੱਲ੍ਹ ਤਾਂ ਸਾਡੇ ਸਿੱਖਾਂ ਦੇ ਘਰਾਂ ਵਿੱਚ ਵੀ ਇਹ ਮਾਹੌਲ ਵੇਖਣ ਨੂੰ ਮਿਲਦਾ ਹੈ, ਮਾਫ ਕਰਨਾ, ਕਿ ਅੰਮ੍ਰਿਤਧਾਰੀ ਸਿੱਖ ਸਿਰ ਤੋਂ ਕੱਪੜਾ ਲਾਹ ਕੇ ਭੋਜਨ ਛਕਦੇ ਹੁੰਦੇ ਆ। ਪਹਿਲੀ ਗੱਲ ਤਾਂ ਦਸਤਾਰਾਂ ਜਿਹੜੀਆਂ ਨੇ ਉਹ ਟੋਪੀ ਨੁਮਾ ਹੋ ਕਰਕੇ ਉੱਦਾਂ ਹੀ ਪਿੱਛੋਂ ਜੀ ਫੜ ਕੇ ਉਹ ਲਾਹ ਕੇ ਰੱਖ, ਅਗਲੇ ਦਿਨ ਉਸੇ ਤਰ੍ਹਾਂ ਹੀ ਰੱਖਣੀ ਹੁੰਦੀ ਕਿ ਟਾਈਮ ਨਾ ਸਾਡਾ ਕਿਤੇ ਲੱਗ ਜਾਏ। ਇਹ ਮਰਿਆਦਾ ਨਹੀਂ ਹੈ। ਕੱਲਾ ਕੱਲਾ ਪੇਚ ਖੋਲ ਕੇ ਦਸਤਾਰ ਦਾ ਰੱਖੇ, ਫਿਰ ਕੱਲਾ ਕੱਲਾ ਪੇਚ ਲਾ ਕੇ ਅਗਲੇ ਦਿਨ ਬੰਨੇ। ਤੋ ਦਸਤਾਰਾਂ ਤੇ ਫਿਰ ਉਹ ਟੋਪੀ ਵਿੱਚ ਕੋਈ ਫਰਕ ਤਾਂ ਨਹੀਂ ਰਹਿ ਜਾਂਦਾ, ਜਦੋਂ ਲਾ ਕੇ ਇਦਾਂ ਹੀ ਰੱਖ ਕੇ ਅਗਲੇ ਦਿਨ ਉਸੇ ਤਰ੍ਹਾਂ ਉਂਗਲ ਜੀ ਮਾਰ ਕੇ ਤੇ ਫਿਰ ਸਿਰ ਤੇ ਰੱਖ ਲੈਣੀਆਂ। ਸੁਰਤਾ ਬਿਰਤਾ ਕੀ ਕਾਇਮ ਹੋਣਾ। ਮੈਨੂੰ ਕੁਝ ਸਮਾਂ ਪਹਿਲਾਂ ਇੱਕ ਸਿੰਘ ਮਿਲਿਆ ਵਿਦੇਸ਼ ਵਿੱਚ, ਉਹਨੇ 10-10 ਸਾਲ ਪੁਰਾਣੀਆਂ ਪੱਗਾਂ ਬੰਨੀਆਂ ਰੱਖੀਆਂ, ਢੇਰ ਲਾਇਆ ਹੋਇਆ, ਘੱਟੋ ਘੱਟ 50-60 ਪੱਗਾਂ। ਕਹਿੰਦਾ 10-10 ਸਾਲ ਦੀਆਂ ਬੰਨੀਆਂ ਪਈਆਂ ਨੇ, ਉਦਾਂ ਹੀ ਰੱਖ ਲੈਨੇ ਆ। ਮੈਂ ਕਿਹਾ ਫਿਰ ਤੂੰ ਸਿੱਖ ਥੋੜੀਆਂ, ਫਿਰ ਤਾਂ ਜੈਨੀ ਵੀਰ ਆ ਵੀ ਜਿਹੜੇ ਇਸ਼ਨਾਨ ਪਾਨ ਕਰਨ ਤੋਂ ਵੀ ਗੁਰੇਜ਼ ਕਰਦੇ ਆ। ਸੋ ਇਹ ਆਲਸ ਹੈ ਸਾਡਾ। ਫਿਰ ਉਹ ਲਾ ਕੇ ਸਿਰ ਤੇ ਕੋਈ ਪਟਕਾ ਨਹੀਂ ਰੱਖਣਾ, ਕੋਈ ਸਿਰ ਤੇ ਕੋਈ ਦਸਤਾਰ ਛੋਟਾ ਪਟਕਾ ਨਹੀਂ ਬੰਨਣਾ, ਜਾਂ ਉਦਾਂ ਹੀ ਕੋਈ ਰੁਮਾਲ ਨਹੀਂ ਰੱਖਣਾ, ਉਸੇ ਤਰ੍ਹਾਂ ਜਲ ਪਾਣੀ ਛਕੀ ਜਾਣਾ, ਉਸੇ ਤਰ੍ਹਾਂ ਪ੍ਰਸ਼ਾਦਾ ਛਕੀ ਜਾਣਾ। ਗੁਰਦੇਵ ਨੇ ਸਾਨੂੰ ਇਹਨਾਂ ਕੁਰੀਤੀਆਂ ਚੋਂ ਕੱਢਿਆ ਸੀ, ਅਸੀਂ ਮੁੜ ਮੁੜ ਕੇ ਫਿਰ ਉਸ ਪਾਸੇ ਨੂੰ ਜਾ ਰਹੇ ਹਾਂ। ਜਦੋਂ ਵੀ ਘਰ ਵਿੱਚ ਜਦੋਂ ਜਲ ਵੀ ਛਕਣਾ, ਜਲ ਛਕਣ ਵੇਲੇ ਵੀ ਸਿਰ ਨੰਗਾ ਨਹੀਂ ਹੋਣਾ ਚਾਹੀਦਾ। ਭੋਜਨ ਤਾਂ ਦੂਰ ਦੀ ਗੱਲ ਹੈ, ਪ੍ਰਸ਼ਾਦਾ ਤਾਂ ਦੂਰ ਦੀ ਬਾਤ ਹੈ, ਵੀ ਸਿਰ ਨੰਗਾ ਹੋਵੇ। ਨੰਗੇ ਸਿਰ ਜਲ ਵੀ ਨਹੀਂ ਛਕਣਾ, ਚਾਹੇ ਕੋਈ ਇਸਤਰੀ ਹੈ ਤੇ ਚਾਹੇ ਕੋਈ ਭਾਈ ਹੈ। ਅੰਮ੍ਰਿਤਧਾਰੀ ਵਾਸਤੇ ਵੀ ਇਹ ਮਰਿਆਦਾ ਹੋਣੀ ਚਾਹੀਦੀ। ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ ਉਹ ਵੀ ਇਹ ਮਰਿਆਦਾ ਬਣਾਉਣ, ਘੱਟੋ ਘੱਟ ਅੰਨ ਦਾ ਜਲ ਦਾ ਸਤਿਕਾਰ ਤਾਂ ਰਹੇ। ਨੰਗੇ ਸਿਰ ਭੋਜਨ ਨਹੀਂ ਛਕਣਾ। ਕੇਸ ਖੁੱਲੇ ਹੋਣ ਉਦੋਂ ਵੀ ਪ੍ਰਸ਼ਾਦਾ ਨਹੀਂ ਛਕਣਾ, ਇਹ ਵੀ ਮਰਿਆਦਾ ਹੈ। ਕਈਆਂ ਨੇ ਕੇਸੀ ਇਸ਼ਨਾਨ ਕੀਤਾ ਹੁੰਦਾ, ਨਾਲ ਪ੍ਰਸ਼ਾਦਾ, ਉਸ ਕੇਸ ਖੁੱਲੇ ਹੁੰਦੇ ਨਾਲ ਉਹ ਕਈ ਵਾਰੀ ਹਵਾ ਨਾਲ ਉੱਡ ਕੇ ਕੇਸ ਮੂੰਹ ਵੱਲ ਵੀ ਆ ਜਾਂਦੇ ਆ, ਇਹ ਵੀ ਮਰਿਆਦਾ ਨਹੀਂ ਹੈ। ਤੋ ਕੇਸ ਜੂਠੇ ਹੱਥ ਲੱਗਦੇ ਕੇਸਾਂ ਨੂੰ, ਤੋ ਕੇਸਾਂ ਦਾ ਚੰਗੀ ਤਰ੍ਹਾਂ ਜੂੜਾ ਸਜਾ ਕੇ ਸੀਸ ਕੱਜ ਕੇ ਫਿਰ ਬਹਿ ਕੇ ਭੋਜਨ ਛਕੋ। ਇੱਥੋਂ ਤੱਕ ਕਿ ਵੀ ਮੋਢੇ ਵੀ ਨੰਗੇ ਹੋਣ ਤੇ ਪ੍ਰਸ਼ਾਦਾ ਨਹੀਂ ਛਕਦੇ। ਸਿਰ ਨੰਗੇ ਦੀ ਗੱਲ ਤਾਂ ਬਾਅਦ ਦੀ ਹੈ, ਵੀ ਆਹ ਮੋਢੇ ਵੀ ਜਿਹੜੇ ਹੁੰਦੇ ਨੇ ਨਾ ਸਿੰਘਾਂ ਦੇ, ਇਹ ਵੀ ਨੰਗੇ ਨਾ ਹੋਣ ਤੇ ਉਹ ਪ੍ਰਸ਼ਾਦਾ ਹੁਣ ਮੋਢਿਆਂ ਨੂੰ ਵੀ ਕੱਜ ਲੈਂਦੇ। ਅੰਨ ਦੇਵਤਾ ਦਾ ਸਤਿਕਾਰ, ਭੋਜਨ ਦਾ ਸਤਿਕਾਰ। ਇਸੇ ਭੋਜਨ ਵਾਸਤੇ ਅਸੀਂ ਦੌੜੇ ਫਿਰਦੇ ਹਾਂ ਦਿਨ ਰਾਤ, ਤੇ ਉਸੇ ਦੀ ਕਦਰ ਨਾ ਕਰੀਏ ਤੇ ਗੱਲ ਨਹੀਂ ਬਣਦੀ ਹੈ। ਤੋ ਸਤਿਗੁਰਾਂ ਨੇ ਸਾਨੂੰ ਇਹ ਮਰਿਆਦਾ ਸਿਖਾਈ ਹੈ, ਪਰ ਇਹਨਾਂ ਵਿੱਚੋਂ ਸਤਿਗੁਰਾਂ ਨੇ ਸਾਨੂੰ ਕੱਢਿਆ। ਆ ਜਿਹੜੇ ਹੁਣ ਜਿਨ੍ਹਾਂ ਦਾ ਜ਼ਿਕਰ ਆ ਰਿਹਾ ਨਾ, ਇਹ ਸਾਰੇ ਨੰਗੇ ਸਿਰ ਬੈਠੇ ਰੋਟੀਆਂ ਖਾ ਰਹੇ ਨੇ, ਕੁੜਤੇ ਵੀ ਲਾਏ ਹੋਏ ਨੇ ਤੇ ਬਹਿ ਕੇ ਦੁਬਾਰਾ ਪੜ੍ਹੀਏ ਪੰਕਤੀ ਜੀ। ਮੁੰਡਿਆ ਨਾਂਗੇ ਬੈਠੇ ਤਬਈ। ਮੁੰਡੀਆਂ ਸਿਰ, ਜਿਹੜੇ ਮੁੰਡਿਆ ਦਾ ਮਤਲਬ ਸਿਰ, ਇਹਨਾਂ ਦੇ ਨੰਗੇ ਹਨ ਔਰ ਉਸੇ ਤਰ੍ਹਾਂ ਬੈਠੇ ਰੋਟੀਆਂ ਖਾ ਰਹੇ ਸੀ। ਗਿਣਤੀ ਮੈਂ 22 ਗਿਨੇ। ਕਹਿੰਦੇ ਗਿਣਤੀ ਵਿੱਚ ਇਹਨਾਂ ਦੀ ਕੁੱਲ ਗਿਣਤੀ 2200 ਸੀ ਉਸ ਵੇਲੇ। ਇਹ 2200 ਜਣੇ ਸਨ ਜਿਹੜੇ, ਇਹ ਹੈਣ ਸਾਰੇ ਉਹੀ ਨੇ ਗੁਰੂ ਦਰੋਹੀ। ਇਹ ਨਹੀਂ ਨਾ ਵਿੱਚੋਂ ਕੋਈ ਏਦਾਂ ਦਾ ਨਹੀਂ ਸੀ ਵੀ ਜਿਹੜਾ ਬੇਨੱਕਾ ਹੋਵੇ, ਕਸੂਰਵਾਰ ਨਾ ਹੋ। ਇਹ ਸਾਰੇ ਉਹੀ ਨੇ ਜਿਹੜੇ ਆਨੰਦਪੁਰ ਸਾਹਿਬ ਦੇ ਚੜ ਚੜ ਕੇ ਆਉਂਦੇ ਰਹੇ ਨੇ, ਸਿੱਖਾਂ ਨੂੰ ਸਤਾਉਂਦੇ ਰਹੇ, ਤੰਗ ਕਰਦੇ ਰਹੇ। ਇਹਨਾਂ ਦੀ ਕੁੱਲ ਗਿਣਤੀ 2200 ਹੈ। ਮੀਏ ਰਾਜੇ ਰਾਵ ਜੇ ਪਨੇ। ਇਹਨਾਂ ਵਿੱਚੋਂ ਮੀਏ ਨੇ, ਰਾਜੇ ਨੇ, ਰਾਵ ਹਨ। ਪਕਰ ਨਾਕ ਸਭ ਕੇ ਕਟਵਾਏ। ਸਾਰਿਆਂ ਨੂੰ ਬੈਠਿਆਂ ਬੈਠਿਆਂ ਨੂੰ ਆ ਕੇ ਧਰ ਦਬੋਚਿਆ ਸਿੰਘਾਂ ਨੇ, ਮੁਸ਼ਕਾਂ ਬੰਨ ਲਈਆਂ। ਜਿਹੋ ਜਿਹੋ ਜੀ ਕਿਸੇ ਦੀ ਕਰਤੂਤ ਸੀ ਉਹਨੂੰ ਉਸੇ ਤਰ੍ਹਾਂ ਦੰਡ ਦਿੱਤਾ। ਕਈਆਂ ਦੀਆਂ ਨੱਕਾਂ ਵੱਢੀਆਂ, ਜਿਨ੍ਹਾਂ ਨੇ ਨੱਕ ਵਢਾਉਣ ਵਾਲੇ ਕੰਮ ਕੀਤੇ ਸੀ,
ਉਹਨਾਂ ਦੀਆਂ ਨੱਕਾਂ ਕੱਟ ਦਿੱਤੀਆਂ ਗਈਆਂ। ਜੀਵਤ ਕੂਪ ਵਿਖੇ ਗੈ ਪਾਏ, ਲਾਗੇ ਖੂਹ ਸੀ, ਉਸ ਖੂਹ ਦੇ ਵਿੱਚ ਜਿਉਂਦਿਆਂ ਨੂੰ ਸੁੱਟਿਆ ਗਿਆ। ਮੁਖ ਲੋ ਭਰਿਓ ਮਰੇ ਵਿੱਚ ਸੋਈ, ਕਹਿੰਦੇ ਉਹ ਖੂਹ ਵੀ ਮੂੰਹ ਤੱਕ ਭਰ ਗਿਆ, ਉਹਦੇ ਵਿੱਚ ਪਏ ਕਈ ਮਰ ਗਏ ਤੜਫਦਿਆਂ। ਗੁਰ ਦਰੋਈ ਅਗ ਫਲਿਆ ਸੋਈ। ਸਤਿਗੁਰਾਂ ਦੇ ਨਾਲ ਜਿਹੜਾ ਦਰੋਹ ਕਮਾਇਆ ਸੀ ਇਹਨਾਂ ਮਲੇਛਾਂ ਨੇ, ਉਸ ਪਾਪ ਦਾ ਫਲ ਇਹਨਾਂ ਨੂੰ ਇਸ ਤਰ੍ਹਾਂ ਭੋਗਣਾ ਪਿਆ, ਆਪਣੀ ਜਾਨ ਗਵਾਉਣੀ ਪਈ। ਪਰਬਤ ਅਪਰ ਸੁਨੇ ਜੈ ਜਹਾਂ, ਹੁਣ ਬਾਕੀ ਪਹਾੜੀ ਰਿਆਸਤਾਂ ਵਾਲਿਆਂ ਨੇ ਜਦੋਂ ਸੁਣਿਆ ਵੀ ਬਿਲਾਸਪੁਰ ਚ ਆਹ ਕੁਝ ਬੀਤੀ ਹੈ, ਬਾਕੀ ਜਦੋਂ ਪਹਾੜੀ ਰਿਆਸਤਾਂ ਦੇ ਰਾਜਿਆਂ ਦੇ ਕੰਨੀਏ ਖਬਰ ਪਈ, ਪਹੁੰਚ ਪਹੁੰਚ ਮਾਰੇ ਸਭ ਤਹਾਂ। ਉਹ ਪਹਿਲਾਂ ਤਾਂ ਆਪੇ ਹੀ ਸ਼ਰਨ ਚ ਆ ਗਏ। ਕਈ ਜਿਹੜੇ ਨਹੀਂ ਆਏ ਫਿਰ ਉਹਨਾਂ ਕੋਲ ਪਹੁੰਚ ਕੇ, ਯਾਨੀ ਕਿ ਉਹਨਾਂ ਦੇ ਰਿਆਸਤਾਂ ਵਿੱਚ ਜਾ ਕੇ ਉਹਨਾਂ ਨੂੰ ਸੋਧਾ ਲਾਇਆ। 22 ਧਾਰਨ ਕੇ ਪਟ ਰਾਜੇ, ਇਹ ਤਾਂ 22 ਧਾਰ ਦੀਆਂ ਰਿਆਸਤਾਂ ਦੇ ਜਿਹੜੇ ਪਟ ਰਾਜੇ ਸਨ। ਗਹਿ ਗਹਿ ਮਾਰੇ ਜਹ ਜਹ ਭਾਜੇ, ਜਿੱਥੇ ਜਿੱਥੇ ਭੱਜੇ ਫੜ ਕੇ ਲਿਆਂਦੇ, ਉਹ ਫੜ ਕੇ ਉਹਨਾਂ ਨੂੰ ਸੋਧਾ ਲਾਇਆ, ਉਹਨਾਂ ਤੇ ਦੰਡ ਲਾਇਆ। ਤਬ ਚੰਬਿਆਲ ਗਿਰੇਸ਼ੁਰ ਤਰਾਸਾ, ਚੰਬੇ ਦਾ ਜਿਹੜਾ ਰਾਜਾ ਸੀ, ਚੰਬਿਆਲ ਰਿਆਸਤ ਦਾ, ਦੇਖਿਓ ਸਭ ਕੋ ਕਰਤ ਬਿਨਾਸ਼ਾ। ਉਹਨੇ ਵੇਖਿਆ ਕਿ ਬੰਦਾ ਸਭ ਦਾ ਵਿਨਾਸ਼ ਕਰਦਾ ਜਾ ਰਿਹਾ ਹੈ, ਕਿਸੇ ਰਾਜੇ ਨੂੰ ਨਹੀਂ ਬਖਸ਼ਦਾ। ਹੁਤੀ ਸੁੰਦਰੀ ਦੋਇਤਾ ਤਿਸ ਕੀ, ਚੰਬੇ ਦੇ ਰਾਜੇ ਦੀ ਇੱਕ ਲੜਕੀ ਸੀ, ਰਾਜਕੁਮਾਰੀ ਸੀ, ਸੁੰਦਰ ਸਰੂਪ। ਨਿਜ ਪੁੱਤਰੀ ਕੋ ਅਧਿਕ ਸ਼ਿੰਗਾਰੇ, ਇਹਨੇ ਆਪਣੀ ਪੁੱਤਰੀ ਦਾ ਡੋਲਾ ਤਿਆਰ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲ ਲੈ ਕੇ, ਜਿਵੇਂ ਆਮ ਇਹਨਾਂ ਰਾਜਿਆਂ ਦੀਆਂ ਬਿਰਤੀਆਂ ਸੀ, ਮੁਗਲ ਲੋਕਾਂ ਦੇ ਕੋਲ ਵੀ ਇਦਾਂ ਆਪਣੀਆਂ ਲੜਕੀਆਂ ਦੇ ਡੋਲੇ ਲਿਜਾ ਕੇ ਤੇ ਆਪਣੀਆਂ ਰਿਆਸਤਾਂ ਬਚਾਉਂਦੇ ਸੀ। ਤਦੇ ਕਲਗੀਧਰ ਨੇ ਕਿਹਾ ਸੀ, ਬੰਦਾ ਸਿਆਂ ਆਪਣੇ ਜੱਤ ਵਿੱਚ ਕਾਇਮ ਰਹੀ, ਕਿਉਂਕਿ ਇਹ ਰਾਜੇ ਇਦਾਂ ਦਾ ਕੰਮ ਕਰਦੇ ਆ, ਕਰਤੂਤਾਂ ਇਦਾਂ ਦੀਆਂ ਕਰਦੇ ਆ। ਤਦੇ ਮਹਾਰਾਜ ਜੀ ਨੇ ਕਿਹਾ ਸੀ। ਤੋ ਚੰਬੇ ਦੇ ਰਾਜੇ ਨੇ ਉਹੀ ਜਿਵੇਂ ਪੁਰਾਣੀਆਂ ਆਦਤਾਂ ਪਈਆਂ ਹੋਈਆਂ ਸੀ ਇਹਨਾਂ ਨੂੰ, ਇਹਨੇ ਆਪਣੀ ਲੜਕੀ ਦਾ ਡੋਲਾ ਤਿਆਰ ਕੀਤਾ, ਸੁੰਦਰ ਕੁਮਾਰ ਲੜਕੀ ਹੈ, ਉਹਨੂੰ ਡੋਲੇ 'ਚ ਸ਼ਿੰਗਾਰ ਕੇ ਲਿਆਇਆ। ਤਿਸ ਕੋ ਡੋਰੇ ਮੈਂ ਬੈਠਾਏ, ਡੋਲੇ ਦੇ ਵਿੱਚ ਬਿਠਾਇਆ। ਸੋ ਬੰਦੇ ਕੇ ਨਿਕਟ ਪਠਾਈ, ਆਪ ਨਹੀਂ ਆਇਆ, ਪਹਿਲਾਂ ਆਪਣੀ ਲੜਕੀ ਦਾ ਡੋਲਾ ਭੇਜਿਆ ਬੰਦੇ ਬਾਦੋ, ਕਿ ਜੇ ਮੈਂ ਗਿਆ ਤੇ ਮੈਨੂੰ ਫੜੇਗਾ ਮਾਰੇਗਾ, ਤੋ ਜੇ ਲੜਕੀ ਦਾ ਡੋਲਾ ਕਬੂਲ ਕਰ ਲਿਆ ਤੇ ਮੇਰੀ ਰਿਆਸਤ ਬਚ ਜਾਏਗੀ। ਤੋ ਇਹਨੇ ਪਹਿਲਾਂ ਆਪਣੀ ਲੜਕੀ ਦੀ ਡੋਲੀ ਭੇਜ ਦਿੱਤੀ। ਜਬ ਸੁੰਦਰ ਤਿਸ ਤਨ ਕੋ ਜੋਆ, ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਇਸ ਤਰ੍ਹਾਂ ਵੇਖਿਆ, ਗੁਰ ਬਚ ਬਿਸਰ ਮਦਨ ਬਸ ਹੋਆ। ਸਤਿਗੁਰੂ ਜੀ ਨੇ ਕਿਹਾ ਸੀ ਗ੍ਰਸਤੀ ਨਾ ਹੋਈ, ਪਰ ਇੱਥੇ ਆ ਕੇ ਚੂਕ ਹੋ ਗਈ। ਹਾਂਜੀ, ਮਰਨ ਆਪਨੋ ਪੀ ਤਬ ਭੂਲਾ। ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਸੁਝਿਆ ਵੀ ਏਦਾਂ, ਫਿਰ ਵੀ ਗੁਰੂ ਸਾਹਿਬ ਦਾ ਬੰਦਾ ਸੀ, ਉਹਨੇ ਏਦਾਂ ਨਹੀਂ ਇਸ ਲੜਕੀ ਦਾ ਡੋਲਾ ਪ੍ਰਵਾਨ ਕੀਤਾ। ਬਰੀ ਕਰੀ ਤ੍ਰਿਆ ਰਿਓ ਨ ਗਇਓ, ਬਕਾਇਦਾ ਉਹਦੇ ਨਾਲ ਵਿਆਹ ਕਰਾਇਆ, ਆਨੰਦ ਕਾਰਜ ਕਰਵਾਇਆ। ਨਹੀਂ ਤਾਂ ਆਮ ਲੜਕੀਆਂ ਦੇ ਡੋਲੇ ਰਾਜੇ ਏਦਾਂ ਹੀ ਰੱਖ ਲੈਂਦੇ ਸਨ, ਰਖੇਲਾਂ ਬਣਾ ਕੇ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਐਸਾ ਨਹੀਂ ਕੀਤਾ। ਭਾਵੇਂ ਕਿ ਗੁਰੂ ਸਾਹਿਬ ਦਾ ਬਚਨ ਸੀ ਕਿ ਗ੍ਰਸਤੀ ਨਾ ਹੋਈ, ਜਤੀ ਰਹੀ, ਜੱਤ ਵਿੱਚ ਰਹੀ। ਉਹ ਕਾਰਨ ਇਹੀ ਸੀ ਵੀ ਰਾਜੇ ਇਦਾਂ ਕਰਦੇ ਸੀ ਆਪਣੇ ਰਾਜ ਭਾਗ ਬਚਾਉਣ ਲਈ। ਤੋ ਉਦੋਂ ਜਦੋਂ ਇਦਾਂ ਦੇ ਫੈਸਲੇ ਹੁੰਦੇ ਫਿਰ ਉਹ ਸਹੀ ਨਹੀਂ ਹੁੰਦੇ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਮਹਾਰਾਜ ਜੀ ਦੇ ਬਚਨ ਤੋਂ ਪ੍ਰਤੀਕੂਲ ਜਾ ਕਰਕੇ ਇਸ ਲੜਕੀ ਦੇ ਨਾਲ ਸ਼ਾਦੀ ਕਰਵਾ ਲਈ। ਸਭ ਬਸ ਕੀਨੇ ਪਰਬਤ ਬਾਸੀ, ਏਦਾਂ ਚੰਬੇ ਦੇ ਰਾਜੇ ਦਾ ਜਿਹੜਾ ਰਾਜ ਸੀ ਉਹ ਸੁਤੰਤਰ ਕਰ ਦਿੱਤਾ। ਕਾਫੀ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਚੰਬੇ ਦੇ ਇਲਾਕੇ 'ਚ ਰਹੇ, ਉਹਨਾਂ ਦੀਆਂ ਯਾਦਗਾਰਾਂ ਉੱਥੇ ਮਿਲਦੀਆਂ ਨੇ। ਤੋ ਸਾਰੀਆਂ ਪਹਾੜੀ ਰਿਆਸਤਾਂ ਜਿਹੜੀਆਂ ਸਨ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਕੀਤੀਆਂ। ਲਰਿਓ ਅਰਿਓ ਸੋ ਪਇਓ ਬਿਨਾਸ਼ੀ, ਜਿਹੜਾ ਅੜਿਆ ਉਹਦਾ ਵਿਨਾਸ਼ ਕਰ ਦਿੱਤਾ, ਜਿਹੜਾ ਸ਼ਰਨ ਆ ਗਿਆ ਉਹ ਰੱਖ ਲਿਆ। ਤੋਰ ਮਵਾਸ ਗਿਰ ਸ਼ੁਰ ਸਾਰੇ, ਵੱਡੇ ਵੱਡੇ ਜਿਹੜੇ ਬਾਗੀ ਰਾਜੇ ਸੀ, ਜਿਹੜੇ ਕਿਲਿਆਂ ਵਿੱਚ ਆਕੀ ਸਨ,
ਉਹਨਾਂ ਕਿਲਿਆਂ ਨੂੰ ਜਾ ਕੇ ਫਤਿਹ ਕੀਤਾ। ਹਟਿਓ ਬੌਰ ਦਲ ਲੈ ਨਿਜ ਨਾਰੇ, ਔਰ ਫਿਰ ਆਪਣੇ ਸਾਰੇ ਦਲ ਨੂੰ ਨਾਲ ਲੈ ਕੇ ਪਹਾੜੀ ਰਿਆਸਤਾਂ ਨੂੰ ਆਪਣੇ ਅਧੀਨ ਕਰਕੇ ਬਾਬਾ ਜੀ ਉੱਥੋਂ ਥੱਲੇ ਮੈਦਾਨੀ ਇਲਾਕੇ ਨੂੰ ਆਏ। ਸੈਲ ਸਮੂਹਨ ਕੀ ਕਰ ਸੈਲ, ਫਿਰ ਇਹ ਜਿੰਨੇ ਪਹਾੜੀ ਰਿਆਸਤਾਂ ਦੀ ਸਾਰਿਆਂ ਦੀ ਸੈਲ ਕਰਦਿਆਂ ਹੋਇਆਂ, ਸਾਰੀਆਂ ਰਿਆਸਤਾਂ ਵਿੱਚ ਵਿਚਰਦਿਆਂ ਹੋਇਆਂ, ਨਿਕਸਿਓ ਵੈਰ ਤਰੇ ਬੋ ਐਲ, ਔਰ ਪਹਾੜਾਂ ਦੀ ਜੜ ਵਿੱਚ ਥੱਲੇ ਆ ਗਏ ਮੈਦਾਨ ਵਿੱਚ। ਸੁਤਦਰਵ ਸਲਤਾ ਉਤਰਿਓ ਪਾਰ, ਸਤਲੁਜ ਦਰਿਆ ਪਾਰ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਪ੍ਰਵਸ਼ਿਓ ਦੁਆਬੇ ਦੇਸ਼ ਮਝਾਰ, ਇੱਥੋਂ ਫਿਰ ਅੱਗੇ ਦੁਆਬੇ ਦੇਸ਼ ਵਿੱਚ ਪ੍ਰਵੇਸ਼ ਕੀਤਾ। ਦੁਆਬੇ ਦੇ ਬਹੁਤ ਸਾਰੇ ਇਲਾਕੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ, ਇਧਰ ਨਵਾਂ ਸ਼ਹਿਰ ਗੜ੍ਹ ਸ਼ੰਕਰ ਦਾ ਜਿੰਨਾ ਇਹ ਇਲਾਕਾ ਹੈ, ਇੱਥੇ ਛੋਟੀਆਂ ਮੋਟੀਆਂ ਜੰਗਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਹੋਈਆਂ। ਰਾਹੋਂ ਇਧਰੋਂ ਚਲਦੇ ਚਲਦੇ ਅੱਗੇ ਦੁਆਬੇ ਵੱਲ ਵਧੇ ਹਨ। ਨਗਰ ਗ੍ਰਾਮ ਲੂਟ ਤਿਆਰ ਮਾਰਤ, ਰਸਤੇ ਵਿੱਚ ਜਿਹੜੇ ਨਗਰਾਂ ਵਿੱਚ ਕੋਈ ਦੋਖੀ ਸੁਣਦੇ ਆ ਉਹਨਾਂ ਦੇ ਨਾਲ ਜੰਗ ਯੁੱਧ ਹੁੰਦੇ ਆ। ਜਿਹੜਾ ਸ਼ਰਨ ਆ ਜਾਂਦਾ ਉਹਨਾਂ ਦੇ ਉੱਤੇ ਆਪਣਾ ਮਾਮਲਾ, ਆਪਣਾ ਕਰ ਲਾਗੂ ਕਰਕੇ ਨਿਯਤ ਕਰਕੇ ਟੁਰ ਪੈਂਦੇ ਹਨ। ਕਾਲਤ ਤੂਮ ਸੁਜੋਰ ਪਦਾਰਤ, ਕਈ ਨਗਰ ਰਸਤੇ 'ਚ ਲੁੱਟੇ ਗਏ, ਕਈ ਨਗਰ ਰਸਤੇ ਵਿੱਚ ਉਜਾੜੇ ਗਏ। ਇਸ ਪ੍ਰਕਾਰ ਨਾਲ ਸਾਰੇ ਇਲਾਕੇ ਵਿੱਚ ਦੁਆਬੇ 'ਚ ਧੂਮ ਮਚ ਗਈ। ਪੂਰੀ ਜਲੰਧਰ ਜੋ ਤੁਰਕਾਨਾ, ਉਧਰ ਜਲੰਧਰ ਵਿੱਚ ਬੜਾ ਵੱਡਾ ਸੂਬੇਦਾਰ ਸੀ। ਇਹ ਸੂਬਾ ਜਲੰਧਰ ਤਾਂ ਬਕਾਇਦਾ ਪੁਰਾਣੇ ਵੇਲਿਆਂ ਤੋਂ ਹੀ ਗੁਰੂ ਘਰ ਨਾਲ ਸੂਬੇ ਜਲੰਧਰ ਦਾ ਵੈਰ ਰਿਹਾ। ਇਹੀ ਸੂਬਾ ਜਲੰਧਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਉਹ ਸੂਬਾ ਜਲੰਧਰ ਤਾਂ ਨਹੀਂ ਸੀ ਉਸ ਵੇਲੇ ਜਦੋਂ ਬਾਬਾ ਬੰਦਾ ਸਿੰਘ ਜੀ ਗਏ ਨੇ, ਪਰ ਉਹਦਾ ਵਡੇਰਾ ਸੀ ਜਿਹੜਾ 6ਵੇਂ ਪਾਤਸ਼ਾਹ ਨਾਲ ਲੜਦਾ ਰਿਹਾ। ਮੁੜ ਕੇ ਕਲਗੀਧਰ ਤੇ ਵੀ ਇਹ ਫੌਜਾਂ ਲੈ ਕੇ ਆਉਂਦੇ ਰਹੇ। ਤੋ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਜਲੰਧਰ ਤੇ ਜਾ ਕੇ ਫਤਿਹ ਪ੍ਰਾਪਤ ਕੀਤੀ। ਲੂਟ ਕੂਟ ਕੀਨੇ ਸਵਹਾਨਾ, ਸਾਰਾ ਜਲੰਧਰ ਚੰਗੀ ਤਰ੍ਹਾਂ ਲੁੱਟਿਆ ਕੁੱਟਿਆ, ਔਰ ਜਿਹੜੇ ਇੱਥੇ ਮਲੇਛ ਸਨ ਉਹਨਾਂ ਦਾ ਨਾਸ਼ ਕੀਤਾ। ਅਪਰ ਸ਼ਹਿਰ ਜੇ ਤੱਕ ਤੈ ਭਾਰੇ, ਜਲੰਧਰ ਦੇ ਨੇੜੇ ਤੇੜੇ ਹੋਰ ਜਿੰਨੇ ਸ਼ਹਿਰ ਨੇ ਵੱਡੇ, ਉਹਨਾਂ ਸਾਰੇ ਸ਼ਹਿਰਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਸ਼ਾਸਨ ਕਾਇਮ ਕੀਤਾ। ਜਿੱਥੇ ਜਿੱਥੇ ਜਾਂਦੇ ਸੀ ਉੱਥੇ ਆਪਣੀ ਕੁਤਵਾਲੀ ਬਿਠਾ ਦਿੰਦੇ ਸੀ, ਆਪਣੀ ਚੌਂਕੀ ਬਿਠਾ ਕੇ ਆਪਣੇ ਕਿਸੇ ਸਿੰਘ ਦੀ ਡਿਊਟੀ ਲਾ ਦਿੰਦੇ ਸਨ। ਸਕਲ ਚਮੂ ਨੇ ਛੀਨ ਉਜਾਰੇ, ਇਦਾਂ ਨੇੜੇ ਤੇੜੇ ਦੇ ਬਹੁਤ ਸਾਰੇ ਨਗਰਾਂ ਦਾ ਰਾਜ ਖੋਹ ਕੇ ਉਹ ਨਗਰ ਉਜਾੜ ਕੇ ਰੱਖ ਦਿੱਤੇ ਹਨ। ਜੋ ਸੈਨਾ ਤੁਰਕਨ ਕੀ ਆਵੇ, ਜਿਹੜੀ ਤੁਰਕਾਂ ਦੀ ਮਲੇਛਾਂ ਦੀ ਸੈਨਾ ਚੜ ਕੇ ਆਉਂਦੀ ਹੈ, ਸੰਗਰ ਕਾਲ ਤੁਰਤ ਬਿਨ ਸਾਵੇਂ, ਉਹਨਾਂ ਨਾਲ ਭਿਆਨਕ ਘਮਾਸਾਨ ਸੰਘਰ ਹੁੰਦਾ, ਜੰਗ ਹੁੰਦਾ। ਔਰ ਉਸ ਜੰਗ ਦੇ ਦੌਰਾਨ ਵੱਡੇ ਵੱਡੇ ਜਰਨੈਲ ਜਿਹੜੇ ਨੇ ਤੁਰਕਾਂ ਦੇ ਉਹ ਮਾਰੇ ਜਾਂਦੇ ਹਨ। ਉਨ ਮਾਜੇ ਵੱਡ ਦੇਸ਼ ਪਧਾਰਾ, ਦੁਆਬੇ ਤੋਂ ਪਰੇ ਨੂੰ ਨਿਕਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਮਾਝੇ ਦੇ ਇਲਾਕੇ 'ਚ ਪ੍ਰਵੇਸ਼ ਕੀਤਾ। ਦੂਰ ਦੂਰ ਤੇ ਵੱਡਪੁਰ ਮਾਰਾ, ਔਰ ਜਾ ਕੇ ਮਾਝੇ ਦੇ ਇਲਾਕੇ ਵਿੱਚ ਵੱਡੇ ਵੱਡੇ ਨਗਰਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਨਾਮ ਬਟਾਲਾ ਜਿਸ ਕੋ ਕਹੇ, ਬਟਾਲਾ ਨਗਰ ਜਿਸ ਨੂੰ ਕਿਹਾ ਜਾਂਦਾ। ਬਟਾਲੇ ਬੜਾ ਵੱਡਾ ਜੰਗ ਹੋਇਆ ਬਾਬਾ ਜੀ ਦਾ, ਤੇ ਬਟਾਲਾ ਨਗਰ ਇਤਿਹਾਸਕ ਨਗਰ ਹੈ। ਮਹਾਰਾਜ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਥਾਨ ਨੇ। ਇੱਥੇ ਮਹਾਰਾਜ ਜੀ ਦੀ ਸ਼ਾਦੀ ਹੋਈ ਹੈ ਇੱਥੇ ਮਾਤਾ ਸੁਲੱਖਣੀ ਜੀ ਦੇ ਨਾਲ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਟਾਲੇ ਚਰਨ ਪਾਏ ਨੇ, ਗੁਰੂ ਗਰੀਬਨਵਾਜ ਪਾਤਸ਼ਾਹ ਨੇ। ਤੋ ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਸੀ ਦੇ ਦੌਰਾਨ ਵੀ ਇੱਥੇ ਆਏ ਨੇ, ਅਚਲ ਬਟਾਲਾ ਅਚਲ ਸਾਹਿਬ। ਤੋ ਇਤਿਹਾਸਕ ਨਗਰ ਵੀ ਹੈ। ਤੋ ਬਾਬਾ ਬੰਦਾ ਸਿੰਘ ਬਹਾਦਰ ਨੇ ਬਟਾਲੇ ਦੇ ਉੱਤੇ ਵੀ ਹੱਲਾ ਬੋਲਿਆ ਔਰ ਇੱਥੇ ਵੀ ਆ ਕੇ ਆਪਣਾ ਰਾਜ ਕਾਇਮ ਕੀਤਾ। ਛੀਨ ਲੀਨ ਜੇ ਤੱਕ ਤਨ ਆਹੇ, ਬਟਾਲੇ ਦੇ ਵਿੱਚ ਜਿਤਨਾ ਧਨ ਸੀ ਉੱਥੇ ਦੇ ਵੱਡੇ ਵੱਡੇ ਜਿਹੜੇ ਮੀਏ ਰਾਵ ਸਨ, ਰਾਜੇ ਸਨ, ਉਹਨਾਂ ਕੋਲੋਂ ਧਨ ਖੋਹ ਕੇ ਨਿਰਧਨੇ ਕਰ ਦਿੱਤਾ। ਜਿਹੜੇ ਜਰਵਾਣੇ ਸਨ ਉਹਨਾਂ ਨੂੰ ਸੋਧਾ ਵੀ ਲਾਇਆ, ਕਈ ਮੌਤ ਦੇ ਘਾਟ ਵੀ ਉਤਾਰੇ। ਲਾਪੁਰ ਆਦਿਕ ਵੱਡੇ ਸਥਾਨਾ, ਲਾਹੌਰ ਆਦਿਕ ਜਿਹੜੇ ਵੱਡੇ ਸਥਾਨ ਹਨ, ਜਾਂ ਵਿਸਾਲ ਜੋਰ ਤੁਰਕਾਨਾ, ਜਿੱਥੇ ਤੁਰਕਾਂ ਦਾ ਵੱਡਾ ਜ਼ੋਰ ਹੈ। ਲਾਹੌਰ ਸ਼ਹਿਰ ਹੁਣ ਰਾਜਧਾਨੀ ਸੀ ਇੱਕ ਪ੍ਰਕਾਰ ਦੀ ਪੰਜਾਬ ਦੀ,
ਤੋ ਉਹ ਲਾਹੌਰ ਸ਼ਹਿਰ ਤੇ ਇਹਦੇ ਤੋਂ ਇਲਾਵਾ ਹੋਰ ਵੱਡੇ ਸ਼ਹਿਰਾਂ 'ਚ ਜਿੱਥੇ ਤੁਰਕਾਂ ਦਾ ਜ਼ੋਰ ਹੈ, ਇਕੱਠੇ ਹੋਏ ਸੋ ਲਾਖੋਂ ਲਸ਼ਕਰ, ਉਹ ਲੱਖਾਂ ਦੀ ਗਿਣਤੀ 'ਚ ਇਕੱਠੇ ਹੋਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੋਧ ਵਿੱਚ, ਕਿ ਬੰਦਾ ਬਹਾਦਰ ਸਾਡਾ ਸਾਰਿਆਂ ਦਾ ਘਾਣ ਕਰਦਾ ਜਾ ਰਿਹਾ ਹੈ, ਇਹਦੇ ਖਿਲਾਫ ਜਿਹਾਦ ਦੇ ਨਾਂ ਤੇ ਅਸੀਂ ਲੜਾਂਗੇ। ਲਰਬੇ ਹੇਤ ਸਮੁਖ ਪੇ ਬਲ ਧਰ, ਹਜ਼ਾਰਾਂ ਦੀ ਗਿਣਤੀ 'ਚ ਲਾਹੌਰ ਤੋਂ ਲੋਕ ਆਏ, ਇਧਰ ਬਟਾਲੇ ਆ ਕੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੰਗ ਕੀਤਾ। ਚੱਪੜ ਚਿੜੀ ਨਗਰ ਜੈ ਥਾਨਾ, ਇਧਰ ਜਿਹੜਾ ਚੱਪੜ ਚਿੜੀ ਦੇ ਮੈਦਾਨ ਵਿੱਚ ਜੰਗ ਹੋਇਆ ਸਰਹੰਦ ਦੇ ਸੂਬੇਦਾਰ ਨਾਲ, ਤੈ ਮੁਕਾਬਲਾ ਭਇਓ ਮਾਨਾ, ਉੱਥੇ ਵੀ ਬਹੁਤੇ ਤੁਰਕ ਆਏ ਸਨ ਸੂਬੇ ਸਰਹੰਦ ਦੀ ਮਦਦ ਵਾਸਤੇ, ਔਰ ਉੱਥੇ ਨਾ ਤੁਰਕਾਂ ਨਾਲ ਬੜਾ ਵੱਡਾ ਮਹਾ ਮੁਕਾਬਲਾ ਹੋਇਆ ਚੱਪੜ ਚਿੜੀ ਦੇ ਮੈਦਾਨ ਵਿੱਚ। ਕਹੋਂ ਕਹਾਂ ਲਗ ਮਚੀ ਲੜਾਈ, ਉਹ ਜਿਹੜੀ ਲੜਾਈ ਹੋਈ ਸੀ ਭਾਈ ਸਾਹਿਬ ਕਹਿੰਦੇ ਉਸ ਲੜਾਈ ਦਾ ਵਰਣਨ ਕਿੱਥੋਂ ਤੱਕ ਕਰੀਏ, ਕਿੱਡਾ ਵੱਡਾ ਮਹਾ ਜੰਗ ਹੋਇਆ ਚੱਪੜ ਚਿੜੀ ਦੇ ਮੈਦਾਨ ਵਿੱਚ। ਤੁਰਕਾਨਾ ਮਾਰਿਓ ਸਮੁਦਾਈ, ਬੜਾ ਵੱਡਾ ਤੁਰਕਾਨਾ ਜਿਹੜਾ ਸੀ ਉਸ ਜੰਗ ਦੇ ਦੌਰਾਨ ਮਾਰਿਆ ਗਿਆ। ਲਰੇ ਆਨੰਦਪੁਰੇ ਜੋ ਜਾਏ, ਇਹਨਾਂ ਵਿੱਚੋਂ ਬਹੁਤੇ ਤੁਰਕ ਉਹ ਸਨ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਨਾਲ ਆ ਕੇ ਲੜੇ ਸੀ, ਕਲਗੀਧਰ ਜੀ ਦੇ ਨਾਲ ਜਿਨ੍ਹਾਂ ਨੇ ਜੰਗ ਕੀਤੇ, ਚਮਕੌਰ ਦੀ ਗੜ੍ਹੀ ਵਿੱਚ ਮਹਾਰਾਜ ਜੀ ਨਾਲ ਲੜੇ ਸਨ। ਸੋ ਸੰਗਰ ਕਰ ਲੀਨੇ ਕਾਏ, ਉਹਨਾਂ ਨਾਲ ਜੰਗ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਮਾਰਿਆ। ਉਹ ਜਿੰਨੇ ਪਤਾ ਲੱਗਦੇ ਵੀ ਇਹ ਬੰਦੇ ਵੀ ਗਏ, ਫਲਾਣੇ ਸੂਬੇਦਾਰ ਦਾ ਵੀ ਇਲਾਕਾ ਉਹਨੇ ਹਮਲਾ ਕੀਤਾ ਸੀ ਗੁਰੂ ਸਾਹਿਬ ਤੇ, ਉਹ ਸਾਰੇ ਸੋਧੇ ਕੱਲੇ ਕੱਲੇ ਨੂੰ ਚੁਣ ਚੁਣ ਕੇ ਦੰਡ ਦਿੱਤਾ ਬਾਬਾ ਬੰਦਾ ਸਿੰਘ ਜੀ ਨੇ। ਜ਼ਬਰਦਸਤ ਸੂਬਾ ਵੱਡ ਪਾਰਾ, ਲਾਹੌਰ ਦਾ ਜਿਹੜਾ ਸੂਬੇਦਾਰ ਸੀ ਜ਼ਬਰਦਸਤ ਖਾਨ, ਲਰ ਬੰਦੇ ਤਤ ਛਿਨ ਸੰਘਾਰਾ, ਇਹਦੇ ਨਾਲ ਇਹਨੇ ਵੀ ਬਾਬਾ ਬੰਦਾ ਸਿੰਘ ਸੂਬੇ ਲਾਹੌਰ ਨੇ ਵੀ ਆ ਕੇ ਲੜਾਈ ਕੀਤੀ, ਇਹ ਵੀ ਜੰਗ ਦੇ ਮੈਦਾਨ 'ਚ ਮਾਰਿਆ ਗਿਆ। ਅਪਰ ਸੈਨ ਕੇ ਜੋ ਉਮਰਾਵ, ਹੋਰ ਵੀ ਸੈਨਾ ਦੇ ਵੱਡੇ ਵੱਡੇ ਜਿਹੜੇ ਉਮਰਾਵ ਸਨ, ਤੁਰਕਾਂ ਦੇ ਵੱਡੇ ਵੱਡੇ ਅਫਸਰ ਸਨ, ਘੇਰ ਘੇਰ ਮਾਰੇ ਕਰ ਕਾਵ, ਉਹਨਾਂ ਨੂੰ ਘੇਰ ਘੇਰ ਕੇ ਘਾਇਲ ਕਰਕੇ ਮਾਰਿਆ। ਕਹੂੰ ਨਾ ਵਿਜੇ ਪਾਏ ਤੁਰਕਾਨਾ, ਕਹਿੰਦੇ ਜਿੰਨੀਆਂ ਜੰਗਾਂ ਹੋਈਆਂ ਛੋਟੀਆਂ ਵੱਡੀਆਂ, ਕਿਉਂਕਿ ਰੋਜ਼ ਹੀ ਕਿਤੇ ਨਾ ਕਿਤੇ ਝੜਪ ਹੁੰਦੀ ਸੀ, ਬਟਾਲੇ ਦਾ ਜੰਗ ਹੋਇਆ, ਤੋ ਇਸ ਤਰ੍ਹਾਂ ਜਿੰਨੀਆਂ ਵੀ ਝੜਪਾਂ ਹੁੰਦੀਆਂ ਜੰਗ ਹੁੰਦੇ ਸਨ, ਹਰ ਜੰਗ ਦੇ ਵਿੱਚ ਤੁਰਕਾਂ ਨੂੰ ਹਾਰ ਦਾ ਮੂੰਹ ਵੇਖ ਕੇ ਜਾਣਾ ਪੈਂਦਾ ਸੀ। ਏਦਾਂ ਜਾਪਦਾ ਸੀ ਤੁਰਕਾਂ ਨੂੰ ਵੀ ਜਿਵੇਂ ਜਿੱਤ ਦਾ ਉਹਨਾਂ ਲਈ ਕਾਲ ਹੀ ਪੈ ਗਿਆ ਹੋਵੇ, ਜਿੱਤ ਦਾ ਉਹਨਾਂ ਵਾਸਤੇ ਕਾਲ ਹੀ ਪੈ ਗਿਆ ਹੋਵੇ। ਹਰ ਪਾਸੇ ਹਰ ਜਗ੍ਹਾ ਤੇ ਜਿੱਥੇ ਵੀ ਜੰਗ ਹੋਏ ਬੰਦੇ ਬਹਾਦਰ ਨਾਲ, ਕਈ ਥਾਵਾਂ ਤੇ ਜੰਗਾਂ ਵਿੱਚ ਬਾਬਾ ਬੰਦਾ ਸਿੰਘ ਜੀ ਮੌਜੂਦ ਸੀ, ਕਈ ਥਾਵਾਂ ਤੇ ਕੇਵਲ ਉਹਨਾਂ ਦਾ ਦਲ ਸੀ, ਉਹਨਾਂ ਵੱਲੋਂ ਭੇਜੀਆਂ ਫੌਜਾਂ ਸਨ। ਹਰ ਜੰਗ ਦੇ ਵਿੱਚ ਜਿੱਤ ਹੁੰਦੀ ਰਹੀ, ਔਰ ਇਹਨਾਂ ਤੁਰਕਾਂ ਦੀ ਹਰ ਜੰਗ ਵਿੱਚ ਹੀ ਹਾਰ ਹੁੰਦੀ ਰਹੀ। ਇਹਨਾਂ ਨੂੰ ਏਦਾਂ ਜਾਪਦਾ ਸੀ ਵੀ ਜਿੱਤ ਦਾ ਸਾਡੇ ਲਈ ਕਾਲ ਪੈ ਗਿਆ। ਜੈ ਜੈ ਲੜੇ ਤਾਂ ਤੈ ਹਾਨਾ, ਜਿੱਥੇ ਜਿੱਥੇ ਵੀ ਲੜੇ ਉੱਥੇ ਹੀ ਇਹ ਮਰੇ, ਉੱਥੇ ਹੀ ਇਹਨਾਂ ਦਾ ਨੁਕਸਾਨ ਹੋਇਆ। ਗੁਰ ਤੀਰਥ ਕੋ ਅਧਿਕ ਪ੍ਰਤਾਪੂ, ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਮਹਾਨ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਮਹਾਨ ਪ੍ਰਤਾਪ ਹੈ, ਮਹਾਨ ਵੱਡੀ ਭਾਰੀ ਮਹਿਮਾ ਮਹਾਰਾਜ ਜੀ ਦੇ ਤੀਰਥ ਦੀ। ਤਦੇ ਗੁਰਦੇਵ ਨੇ ਕਿਹਾ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹਰ ਹਾ ਨਾਨਕ ਕਸਮਲ ਜਾਏ, ਨਾਇ ਰਾਮਦਾਸ ਸਰ। ਮਹਾਨ ਮਹਿਮਾ ਮਹਾਰਾਜ ਜੀ ਦੇ ਮਹਾਨ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਦੀ। ਲਾਖੋਂ ਦੁਸ਼ਟਨ ਕੋ ਸੰਤਾਪੂ, ਹੁਣ ਕਹਿੰਦੇ ਇਹ ਜਿਹੜਾ ਗੁਰੂ ਤੀਰਥ ਹੈ ਇਹ ਲੱਖਾਂ ਦੁਸ਼ਟਾਂ ਨੂੰ ਸੰਤਾਪ ਦਿੰਦਾ ਹੈ। ਬਹੁਤਿਆਂ ਦੀ ਨਿਗਾਹ ਅੰਮ੍ਰਿਤਸਰ ਸਾਹਿਬ ਵੱਲ ਰਹੀ ਵੀ ਇੱਥੋਂ ਇਹ ਜਾਂਦੇ ਨੇ। ਜਦੋਂ ਨਾਦਰ ਨੇ ਆਖਿਆ ਨਾ, ਅਬਦਾਲੀ ਨੇ ਬਾਦਸ਼ਾਹ ਨੂੰ ਪੁੱਛਿਆ ਵੀ ਇਹ ਸਿੱਖ ਆ ਕੇ ਮੇਰਾ ਰਾਹ ਰੋਕਦੇ ਆ, ਲੜਦੇ ਹੈ, ਇਹ ਕਿੱਥੋਂ ਆਉਂਦੇ ਆ ਤਾਕਤ ਲੈ ਕੇ? ਤੇ ਉਹਨੇ ਆਖਿਆ
मुर्शद इनका वली भयो है, इनको आबे हयात दयो है। इन्हां दा जिहड़ा मुर्शद है ना बड़ा बली होया, उन्होंने इन्हां नूं आबे हयात दिता अमृत। कहंदा वो कित्थे, कहंदे अमृत दा कुंट इन्हां लई बनाया, उत्थे जाके मुर्दे भी अमृत पींदे आ, उत्थों जल छकदे आ ते छक के कहंदे सुरजीत हो के साडे नाल लड़न आ जांदे आ। कहंदा फिर उहनूं पूर दिंदे आ, वो बंद ही कर देने। अबदाली ने पूरिया भी। मस्से रंगड़ ने आके बेअदबी की तो अमृतसर साहब वाले इन्हां दा महाराज जी का जिहड़ा ये दरबार है महान तीरथ, ये दुष्टां लई संतापी है, दुष्टां लई दुखदाई है, पर गुरसिखां वास्ते उन्हां दा सब तो महान पवित्र स्थान है। हाँ जी। कहो कहाँ लग रिपगन मारे। बाबा बंदा सिंह बहादुर दे मन च संकल्प हुण उस पासे जाण दा भी हो रहा है। और इस तरह बड़े बड़े दुष्ट जिहड़े दरबार साहब की बेअदबी करन वाले सन, जिन्हां ने दरबार साहब की बेअदबी करन दे संकल्प कीते सन, उन्हां नूं भी चुन चुन के बाबा बंदा सिंह बहादुर ने मारिया। लड़ लड़ सनमुख मार निवारे। लड़ लड़ के सनमुख उन्हां नूं मार के निवारिया, दूर कीता। देशन बिके अमल निज करियो। हर देश विच बाबा बंदा सिंह बहादुर ने अपना अमल कायम कीता। अमल दा मतलब अपना हुक्म, अपना सिक्का हर पासे कायम कीता, राज कायम कीता। जिथे भी जांदे सन उत्थे अपनी फौज विचों किसी सिंह नूं उत्थों दी जथेदारी दे दिंदे, उत्थों दी नवाबी दे दिंदे भी इत्थे तू राज करना, इत्थों दा मामला तू वराउणा, ते आप अगले शहर नूं अगले नगर नूं चल पैंदे। इस तरह आपो अपना अमल खालसे दा जिहड़ा राज इहनूं कह सकदे आ, ये खालसे दा राज स्थापित कर दिंदे हन। भाई प्रजा हाला गन भरियो। लोग सारे प्रजा बन गए, खालसे दी प्रजा बन के तां लोग सुखी हो गए। कित्थे इन्हां मलेच्छां नूं जदों जमीनां बीजदे सी ते कामे बन के वो मालक हुंदे, कामे बन के उत्थे नाले बीज बीजणे, मेहनतां करनियां, इन्हां नूं खाण नूं देनी, बाकी सारी आप लै जानी फसल। बाबा बंदा सिंह बहादुर ने खुद मुख्तियारी दे इन्हां नूं दात दित्ती भी तुसीं आप वाहो ते आप खाओ, विचों केवल हाला मात्र पंथ दी शरण च लंगरां विच पाउणा, वो भी तुहाडी अपनी इच्छा दे मुताबक, किसे ते जबरदस्ती नहीं है। अपनी स्वै इच्छा दे नाल जो तुहाडीआं फसलां विचों आवे वो फसलां विचों गुरु के लंगरां दे विच समझ के वो दान करना है। तो इस तरह कहंदे जिहड़ा मामला भी है, कईयां चौधरीआं दे उत्ते मामला लाया, अजकल आप टैक्स कह देने, पहला मामला कहते सन, वो मामला ला दिता है। पर वो योग मामला जिन्ना क जरूरत है, क्योंकि राज चलाना, उन्हां दी राखी करन वास्ते फौजां भर्ती करनियां, उन्हां नूं तनखाहां देनियां ने, उन्हां दे खर्चे चलाउणे तां मामले तो ही होने सन। तो इस तरह लोग भी खुश हो गए। उन्हां आख्या भी हुण असली राज हो रहा है, ये हलेमी राज है जिहड़ा खालसे दा राज है। इतने में दिल्ली ते लश्कर, इन्ने नूं उधरों दिल्ली तो भी लश्कर जिहड़ा वो तैयार हो के बाबा बंदा सिंह बहादुर दे खिलाफ आउण लगा। आए लाखों शोर महातर, कहंदे महाशोर धारण करके लखां दी गिणती विच आए। सुन बंदा सनमुख ही गए। बाबा बंदा सिंह बहादुर उन्हां नाल लड़न वास्ते सनमुख गए। उन्हां दे सुतद्रव सलता उलंघत भयो। सतलुज दरिया पार करके आए। लुधवन नगर मार कर लरियो। पहला लुधवन मतलब लुधियाना नगर आके जिहड़ा लुधियाना शहर है इहदे ते आके बाबा जी ने फतेह प्राप्त कीती। तुरकन संग जंग बड़ करियो। इत्थे लुधियाने दे विच तुरकां नाल वड्डा भारी जंग होया। तुपक तोप जंजैल चलावे। अनेकां तुपकां बंदूकां चलियां, तोपां चलियां, जंजैलां चलियां। तीर तबर तो मर सुप्रमावे। तीर चले, तबर चले, बरछियां भरमदियां रण भूमि विच। पयो पेड़ ओड़क को पारा। गल की भी बड़ा भयानक भेड़ लुधियाने शहर दे विच होया। सो लश्कर पी लर कर मारा। वो लश्कर जिहड़ा दिल्लीओं चल के आया सी, इत्थे जंग होया लुधियाने ते उस लश्कर नूं भी मार मुकाया। तिसी देश के पुरगन ग्रामों।
ਉਸੇ ਦੇਸ਼ ਦੇ ਜਿਹੜੇ ਪੁਰ ਨਗਰ ਗ੍ਰਾਮ ਹਨ, ਲੂਟੇ ਕੂਟ ਉਜਾਰੇ ਤਾਮੂ। ਉਹਨਾਂ ਵਿੱਚੋਂ ਕਈ ਨਗਰ ਲੁੱਟੇ ਗਏ, ਕਈ ਉਜੜ ਗਏ, ਕਈ ਥੇ ਬਣ ਗਏ ਤੇ ਕਈਆਂ ਨੂੰ ਆਪਣੀ ਰਿਆਸਤ ਵਿੱਚ, ਆਪਣੇ ਰਾਜ ਵਿੱਚ ਮਿਲਾ ਲਿਆ। ਉਨ ਦੁਆਬੇ ਮੈਂ ਪਇਓ ਪ੍ਰਵੇਸ਼। ਇੱਥੋਂ ਫਿਰ ਬਾਬਾ ਜੀ ਫਿਰ ਦੁਆਬੇ ਵਾਲੇ ਪਾਸੇ ਨੂੰ ਗਏ। ਜੀਨਤ ਤਨ ਰਿਪਹਤੇ ਅਸ਼ੇਸ਼। ਜਿੱਥੇ ਜਿੱਥੇ ਵੀ ਕੋਈ ਦੋਖੀ ਦੁਸ਼ਮਣ ਮਿਲਦਾ ਹੈ, ਉਹਨੂੰ ਕਹਿੰਦੇ ਜਾ ਕੇ ਸੋਧਾ ਲਾਉਂਦੇ, ਉਹਦੇ ਕੋਲੋਂ ਜੁਰਮਾਨਾ ਲਾ ਕੇ ਪੈਸਾ ਲੈਂਦੇ ਹਨ। ਨਗਰ ਦੱਖਣੀ ਕੋ ਤਵ ਮਾਰਿਓ। ਕਹਿੰਦੇ ਏਦਾਂ ਦੱਖਣੀ ਨਗਰ ਆਦਿਕ ਸਾਰੇ ਮਾਰੇ ਸੋਧੇ। ਫਿਰੇ ਮਹਾਦਲ ਸਕਲੇ ਉਜਾਰਿਓ। ਔਰ ਵੱਡੇ ਵੱਡੇ ਦਲ ਜਿਹੜੇ ਫਿਰਦੇ ਸਨ, ਉਹਨਾਂ ਦਲਾਂ ਨੂੰ ਨਕੇਲਾਂ ਪਾ ਕੇ ਖਾਲਸੇ ਦਲ ਦਾ ਬੋਲਬਾਲਾ ਕੀਤਾ। ਕਈ ਨਗਰ ਉਜੜ ਗਏ, ਕਈ ਵਸ ਗਏ। ਉਨ ਗੁਰਦਾਸਪੁਰੇ ਕੋ ਲੂਟਾ। ਫਿਰ ਬਾਬਾ ਜੀ ਉਧਰ ਗੁਰਦਾਸਪੁਰੇ ਵਾਲੇ ਪਾਸੇ ਨੂੰ ਨਿਕਲ ਗਏ, ਜਾ ਕੇ ਗੁਰਦਾਸਪੁਰ ਜੰਗ ਕੀਤਾ ਤੇ ਉਹਨੂੰ ਲੁੱਟਿਆ। ਸਨਮੁਖ ਲਰਿਓ ਲੀਨ ਸੁਕੂਟਾ। ਜਿਹੜਾ ਗੁਰਦਾਸਪੁਰੇੋਂ ਨਿਕਲ ਕੇ ਬਾਹਰ ਆ ਕੇ ਲੜਿਆ, ਉਹਦੇ ਤੇ ਵੀ ਬਾਬਾ ਜੀ ਨੇ ਜਿੱਤ ਕਾਇਮ ਕਰ ਲਈ। ਇਸ ਬਿਦ ਸਗਰੋ ਕਥਾ ਪ੍ਰਸੰਗ। ਕਹਿੰਦੇ ਇਸ ਪਰ ਇਹ 94 ਪ੍ਰਸੰਗ ਨੇ। ਭਾਈ ਸਾਹਿਬ ਕਹਿੰਦੇ ਇਹ ਸਾਰੇ ਕਥਾ ਦੇ ਪ੍ਰਸੰਗ ਹਨ। ਰਾਮ ਕੋਇਰ ਕੈ ਸ਼੍ਰੋਤਨ ਸੰਗ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਇਹ ਕਥਾ ਸੁਣਾ ਰਹੇ ਨੇ, ਸਾਰੀ ਰਮਦਾਸ ਨਗਰ 'ਚ ਬੈਠੇ। ਕੇਵਲ 94 ਪ੍ਰਸੰਗ ਲਿਖੇ ਆ। ਪੂਰਨ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਗੇ ਪੰਥ ਪ੍ਰਕਾਸ਼ ਵਿੱਚ ਆਵੇਗਾ। ਗੁਰੂ ਸਾਹਿਬ ਕਿਰਪਾ ਕਰਨ ਆਪਾਂ ਉਹ ਕਥਾ ਆਰੰਭ ਕਰਾਂਗੇ। ਅੱਗੇ ਤਕਰੀਬਨ ਇਹ ਕਥਾ ਸਮਾਪਤੀ ਦੇ ਪੜਾਅ ਵੱਲ ਹੈ। ਅਗਲੇ ਮਹੀਨੇ ਜੂਨ ਵਿੱਚ ਇਹ ਕਥਾ ਦੀ ਸਮਾਪਤੀ ਹੋ ਜਾਣੀ ਹੈ। ਉਸ ਤੋਂ ਬਾਅਦ ਫਿਰ ਪੰਥ ਪ੍ਰਕਾਸ਼ ਦੀ ਕਥਾ ਆਪਾਂ ਪ੍ਰਾਰੰਭ ਕਰਾਂਗੇ। ਉਹਦੇ ਵਿੱਚ ਵਿਸਥਾਰ ਸਹਿਤ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਦਾ ਵੇਰਵਾ, ਕਿਹੜੇ ਕਿਹੜੇ ਨਗਰ ਤੇ ਕਿੱਥੇ ਕਿੱਥੇ ਹਮਲਾ ਕੀਤਾ, ਕਿਹੜਾ ਕਿਹੜਾ ਨਵਾਬ ਅੱਗੋਂ ਆ ਕੇ ਲੜਿਆ, ਕਿਹੜੇ ਸਿੰਘ ਨੂੰ ਕਿੱਥੇ ਡਿਊਟੀ ਲਾ ਕੇ ਕਿੱਥੋਂ ਦਾ ਗਵਰਨਰ ਬਣਾਇਆ, ਉਹਨਾਂ ਦੀ ਸ਼ਹੀਦੀ ਦੇ ਪ੍ਰਸੰਗ। ਫਿਰ ਅੱਗੇ ਖਾਲਸੇ ਰਾਜ ਦੇ ਜਿਹੜੇ ਸਿੰਘਾਂ ਦੀਆਂ ਕੁਰਬਾਨੀਆਂ ਦੀਆਂ ਕਥਾਵਾਂ ਨੇ, ਸ਼ਹੀਦੀਆਂ ਨੇ। ਤੋ ਉਹ ਜਿਹੜਾ ਤਕਰੀਬਨ 90 ਕੁ ਸਾਲ ਦਾ ਇਤਿਹਾਸ ਖਾਲਸੇ ਦਾ ਕੁਰਬਾਨੀਆਂ ਭਰਿਆ, ਫਿਰ ਖਾਲਸਾ ਰਾਜ ਸਥਾਪਿਤ ਹੁੰਦਾ ਹੈ, ਉਹ ਕਥਾਵਾਂ ਜਿਹੜੀਆਂ ਨੇ ਉਹ ਆਪਾਂ ਪੰਥ ਪ੍ਰਕਾਸ਼ ਵਿੱਚ ਵਿਚਾਰਾਂਗੇ। ਉਹ ਸਿੱਖ ਇਤਿਹਾਸ ਹੈ, ਇਹ ਗੁਰ ਇਤਿਹਾਸ ਹੈ। ਤੋ ਇਸ ਕਰਕੇ ਭਾਈ ਸਾਹਿਬ ਨੇ ਕੇਵਲ ਗੁਰ ਇਤਿਹਾਸ ਨੂੰ ਇੱਥੇ ਵਰਣਨ ਕੀਤਾ ਹੈ। ਸਿੱਖ ਇਤਿਹਾਸ ਜਿਹੜਾ ਉਹ ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਭੰਗੂ ਜੀ ਨੇ ਪਹਿਲਾਂ ਲਿਖਿਆ। ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਹੋਣਾ ਨੇ, ਜਿਸ ਨੂੰ ਨਵੀਨ ਪੰਥ ਪ੍ਰਕਾਸ਼ ਕਹਿੰਦੇ ਹਨ, ਉਹ ਕਥਾ ਲਿਖੀ। ਜਿਹੜਾ ਨਵੀਨ ਪੰਥ ਪ੍ਰਕਾਸ਼ ਆ ਉਹਦੇ ਵਿੱਚ ਉਹਨਾਂ ਨੇ ਵਾਧਾ ਕੀਤਾ। ਭਾਈ ਰਤਨ ਸਿੰਘ ਜੀ ਨੇ ਕੇਵਲ ਰਾਜ ਸਥਾਪਿਤ ਕਰਨ ਤੱਕ ਦੀ ਕਥਾ ਲਿਖੀ ਹੈ। ਉਹ ਰਾਜ ਕਿਵੇਂ ਰਿਹਾ ਸ਼ੇਰੇ ਪੰਜਾਬ ਦਾ, ਫਿਰ ਉਹ ਗਿਆ ਕਿਵੇਂ, ਅੰਗਰੇਜ਼ ਕਿਵੇਂ ਪੰਜਾਬ ਤੇ ਕਾਬਜ ਹੋਏ, ਉਹ ਸਾਰਾ ਇਤਿਹਾਸ ਫਿਰ ਵਾਧਾ ਕਰਕੇ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਲਿਖਿਆ। ਤੋ ਇਹ ਦੋ ਪੰਥ ਪ੍ਰਕਾਸ਼ ਪੰਥ ਦੇ ਵਿੱਚ ਇਤਿਹਾਸ ਵਜੋਂ, ਸਿੱਖ ਇਤਿਹਾਸ ਵਜੋਂ ਮੌਜੂਦ ਹਨ। ਇਸੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਆਧਾਰ ਤੇ ਅੱਗੇ ਫਿਰ ਬਾਕੀ ਸਾਰਾ ਸਿੱਖ ਇਤਿਹਾਸ, ਕਿਉਂਕਿ ਮੂਲ ਇਹੀ ਹੈ, ਇੱਥੋਂ ਹੀ ਸਾਰਾ ਇਤਿਹਾਸ। ਬਾਕੀ ਇਤਿਹਾਸ ਤਾਂ ਤਕਰੀਬਨ ਜੇ ਕਹੀਏ ਤੇ ਉਹ ਮੌਲਵੀਆਂ ਨੇ ਜਾਂ ਅੰਗਰੇਜ਼ਾਂ ਨੇ ਲਿਖਿਆ ਖਾਲਸੇ ਦਾ। ਸਿੱਖਾਂ ਵਿੱਚੋਂ ਬਹੁਤ ਘੱਟ ਸਿੱਖਾਂ ਨੇ ਇਤਿਹਾਸ ਸਿੱਖ ਦਾ, ਕਿਉਂਕਿ ਜੰਗਾਂ ਯੁੱਧਾਂ 'ਚ ਰਹੇ, ਸਮਾਂ ਹੀ ਨਹੀਂ ਲੱਗਾ ਇਤਿਹਾਸ ਲਿਖਣ ਦਾ। ਤੋ ਸਿੱਖਾਂ ਨੇ ਜਿਹੜਾ ਇਤਿਹਾਸ ਲਿਖਿਆ ਉਹ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਜਾਂ ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ। ਉਹ ਵਿਚਾਰਾਂਗੇ ਵੀ ਗਿਆਨੀ ਗਿਆਨ ਸਿੰਘ ਵਾਲੇ ਪੰਥ ਪ੍ਰਕਾਸ਼ ਦੀ ਕਥਾ ਦਾ ਫੁਰਨਾ ਵੀ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਆ ਜਾਏਗਾ, ਉਹ ਵਿਚਾਰਾਂਗੇ। ਜਾਂ ਭਾਈ ਰਤਨ ਸਿੰਘ ਜੀ ਦੇ ਪੰਥ ਪ੍ਰਕਾਸ਼ ਦੀ, ਉਹ ਅੱਗੇ ਹਾਲੇ ਗੁਰਮਤਾ ਕਰਾਂਗੇ। ਤੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਜਦੋਂ ਸੁਣਿਆ ਤਾਂ ਇਹ ਸਾਰੀ ਕਥਾ ਭਾਈ ਰਾਮ ਕੋਇਰ ਸਾਹਿਬ ਸੁਣਾ ਰਹੇ ਨੇ। ਇਹ ਭਾਈ ਰਾਮ ਕੋਇਰ ਸਾਹਿਬ ਕੌਣ ਸੀ? ਇਹ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ। ਇਹਨਾਂ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ। ਜਦੋਂ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਹਜ਼ੂਰ ਸਾਹਿਬ ਤੇ ਸਿੰਘ ਬੜੇ ਵੈਰਾਗੀ ਹੋਏ। ਮਹਾਰਾਜ ਜੀ ਤੋਂ ਬਿਨਾਂ ਉਹਨਾਂ ਨੂੰ ਆਪਣਾ ਜੀਵਨ ਹੀ ਨਹੀਂ ਸੀ ਸੁੱਝਦਾ ਕਿ ਮਹਾਰਾਜ ਜੀ ਦੇ ਨਾਲ ਪ੍ਰੇਮ ਵਾਲੇ ਸਿੰਘ ਉਹ ਰਮਦਾਸ ਆਏ ਚੱਲ ਕੇ। ਇੱਥੇ ਭਾਈ ਰਾਮ ਕੋਇਰ ਸਾਹਿਬ ਰਹਿੰਦੇ ਸਨ।
ਭਾਈ ਰਾਮ ਕੁਇਰ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਕਲਗੀਧਰ ਦੇ ਚਰਨਾਂ 'ਚ ਬਤੀਤ ਕੀਤੀ ਸੀ। ਸਿੰਘਾਂ ਨੇ ਭਾਈ ਸਾਹਿਬ ਨੂੰ ਆ ਕੇ ਬੇਨਤੀ ਕੀਤੀ, ਸਾਨੂੰ ਗੁਰੂ ਕੀ ਕਥਾ ਸੁਣਾਓ। ਤੋ ਭਾਈ ਰਾਮ ਕੁਇਰ ਸਾਹਿਬ ਨੇ ਜਿਹੜੀ ਕਥਾ ਸੁਣਾਈ ਉਹਨੂੰ ਸੋ ਸਾਖੀ ਕਹਿੰਦੇ ਆ। ਉਹਦੇ ਆਧਾਰ ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ। ਮੂਲ ਉਹ ਹੈ। ਉਹਦੀ ਅੱਗੇ ਫਿਰ ਵਿਆਖਿਆ ਕਰੀਏ ਜਾਂ ਕਵਿਤਾ ਵਿੱਚ, ਛੰਦਾਬੰਦੀ ਵਿੱਚ ਕੁਝ ਪ੍ਰਸੰਗ ਮਹਿਮਾ ਪ੍ਰਕਾਸ਼ ਗ੍ਰੰਥ ਚੋਂ, ਕਿਉਂਕਿ ਮਹਿਮਾ ਪ੍ਰਕਾਸ਼ ਸੂਰਜ ਪ੍ਰਕਾਸ਼ ਤੋਂ ਪਹਿਲਾਂ ਲਿਖਿਆ, ਉਹਦੇ ਚੋਂ ਲੈ ਕੇ ਭਾਈ ਸਾਹਿਬ ਨੇ ਕਥਾ ਲਿਖੀ ਹੈ। ਇਸ ਕਰਕੇ ਭਾਈ ਸਾਹਿਬ ਆਪ ਨਹੀਂ ਕਥਾ ਸੁਣਾਉਂਦੇ, ਉਹ ਕਹਿੰਦੇ ਭਾਈ ਰਾਮ ਕੁਇਰ ਜੀ ਸੁਣਾ ਰਹੇ ਨੇ, ਬ੍ਰਹਮ ਗਿਆਨੀ। ਭਾਈ ਸਾਹਿਬ ਆਪਣੇ ਆਪ ਨੂੰ ਵਿੱਚ ਸਰੋਤਾ ਮੰਨਦੇ ਆ, ਕਹਿੰਦੇ ਮੈਂ ਵੀ ਸਰੋਤਾ ਹੀ ਹਾਂ, ਸੁਣ ਰਿਹਾ ਉਹਨਾਂ ਕੋਲੋਂ, ਸੁਣਾ ਉਹ ਰਹੇ ਨੇ। ਤੋ ਭਾਈ ਰਾਮ ਕੁਇਰ ਸਾਹਿਬ ਜਦੋਂ ਇਹ ਸਾਰੇ ਪ੍ਰਸੰਗ ਸੁਣਾ ਰਹੇ ਸਨ ਸੰਗਤ ਨੂੰ, ਬੜੇ ਯੁੱਧ ਕਰ ਦੁਰਜਨ ਕਾਏ, ਉਹ ਦੱਸ ਰਹੇ ਸਨ ਸਿੰਘਾਂ ਨੂੰ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੜੇ ਜੰਗ ਯੁੱਧ ਕਰਕੇ ਬੜੇ ਬੜੇ ਦੁਰਜਨਾਂ ਦਾ, ਵੈਰੀਆਂ ਦਾ ਨਾਸ਼ ਕੀਤਾ। ਹਮ ਪੀਤਵ ਮਿਲਨੇ ਹਿਤ ਆਏ। ਭਾਈ ਰਾਮ ਕੁਇਰ ਸਾਹਿਬ ਕਹਿੰਦੇ ਮੈਂ ਸੁਣਿਆ ਵੀ ਬੰਦਾ ਆਇਆ, ਗੁਰੂ ਦਾ ਬੰਦਾ ਆਇਆ ਤੇ ਮੈਂ ਵੀ ਮਿਲ ਕੇ ਆਵਾਂ। ਭਾਈ ਰਾਮ ਕੁਇਰ ਸਾਹਿਬ ਕਹਿੰਦੇ ਮੈਂ ਵੀ ਮਿਲਣ ਗਿਆ ਸੀ ਉਹਨਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ ਕਰਨ ਲਈ। ਬਹੁ ਲੋਕਨ ਬਿਰਤੰਤ ਹਮਾਰਾ, ਕਹਿੰਦੇ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲੇ ਤੇ ਸਿੰਘਾਂ ਨੇ ਸਾਡੇ ਬਾਰੇ ਦੱਸਿਆ ਉਹਨਾਂ ਨੂੰ ਵੀ ਇਹ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਭਾਈ ਰਾਮ ਕੁਇਰ ਸਾਹਿਬ ਹਨ। ਕਹਿੰਦੇ ਸਾਡੇ ਬਾਰੇ ਜਦੋਂ ਬੰਦਾ ਸਿੰਘ ਨੂੰ ਦੱਸਿਆ, ਬੰਦੇ ਕੋ ਸੁਨਾਏ ਕਰ ਸਾਰਾ, ਸਾਡਾ ਪ੍ਰਸੰਗ ਬੰਦਾ ਬਹਾਦਰ ਨੂੰ ਸੁਣਾਇਆ। ਸਾਦਰ ਮੇਲ ਪਇਓ ਹਰ ਖਾਏ, ਤੇ ਬਾਬਾ ਬੰਦਾ ਸਿੰਘ ਨੇ ਸਾਡਾ ਬੜਾ ਸਤਿਕਾਰ ਕੀਤਾ। ਭਾਈ ਰਾਮ ਕੁਇਰ ਸਾਹਿਬ ਸਿੰਘਾਂ ਨੂੰ ਦੱਸ ਰਹੇ ਨੇ ਕਿ ਬੰਦੇ ਬਹਾਦਰ ਨੂੰ ਅਸੀਂ ਵੀ ਮਿਲੇ, ਉਹਨਾਂ ਸਾਡਾ ਬੜਾ ਸਤਿਕਾਰ ਕੀਤਾ, ਸਾਡਾ ਸਤਿਕਾਰ ਕਰਕੇ ਸਾਨੂੰ ਆਪਣੇ ਕੋਲ ਬਿਠਾਇਆ। ਰਾਖਿਓ ਸੰਗ ਹਮੇ ਤਿਸ ਥਾਏ, ਔਰ ਕੁਝ ਸਮਾਂ ਅਸੀਂ ਉਹਨਾਂ ਦੇ ਨਾਲ ਰਹੇ, ਉਹਨਾਂ ਦੇ ਕੋਲ ਰਹਿ ਕੇ ਉਹਨਾਂ ਦੀ ਸੰਗਤ ਕੀਤੀ। ਸਾਦੇ ਦੇਸ਼ ਮਵਾਸੀ ਸਾਰੇ, ਇਹਦਾ ਜਿੰਨੇ ਬਾਗੀ ਦੇਸ਼ ਸਨ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਧੇ। ਚਇਓ ਸੁਦਾ ਸਰ ਪੁਨ ਦੀਦਾਰੇ, ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਨ 'ਚ ਇੱਛਾ ਹੋਈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦਿਦਾਰੇ ਕਰੀਏ, ਜਿਹਦੇ ਲਈ ਰੋਜ਼ ਗੁਰਸਿੱਖ ਅਰਦਾਸ ਕਰਦੇ ਨੇ, ਮਹਾਰਾਜ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਔਰ ਇਸ਼ਨਾਨ। ਇਹ ਮੰਗ ਰੋਜ਼ ਗੁਰੂ ਕੇ ਸਿੱਖ ਮਹਾਰਾਜ ਜੀ ਕੋਲੋਂ ਮੰਗਦੇ ਐ। ਤੋ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ 'ਚ ਵੀ ਇੱਛਾ ਸੀ, ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਨੂੰ ਜਾ ਰਹੇ ਨੇ। ਗੁਰੂ ਕੀ ਕਥਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕੁਝ ਇਤਿਹਾਸ, ਉਹ ਆਪਾਂ ਅਗਲਿਆਂ ਪ੍ਰਸੰਗਾਂ ਵਿੱਚ ਵਿਚਾਰਾਂਗੇ। ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ, ਹੈ ਪੁਰਨ ਹੈ ਸਰਬ ਮੈਂ, ਹੈ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਸਦਾ ਬਵੇਕ, ਹੈ ਅਪਰੰਪਰ ਹਰ ਹਰੇ, हे संत कै सदा संग, हे ठाकुर हो दासरो,
ਨਾਨਕ ਦੀਜੈ ਨਾਮ ਦਾਨ। ਕੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵਦੇ ਗੁਰ ਪਾਰਿ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵਦੇ ਗੁਰ ਪਾਰਿ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।